ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਵਾਹ। ਹਰ ਸੋਮਵਾਰ ਵੀਰ ਰਣਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦੇ ਹਨ। ਪਿਛਲੇ ਕੁਝ ਹਫ਼ਤੇ ਆਪ ਜੀ ਨੇ ਆਨੰਦ ਕਾਰਜ ਦੇ ਨਾਲ ਸੰਬੰਧਿਤ ਜੋ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ ਅਤੇ ਜੋ ਹੋਰ ਰਸਮਾਂ ਤੇ ਮਰਿਆਦਾ ਉਹਦੇ ਨਾਲ ਸੰਬੰਧਿਤ ਹਨ, ਉਹਦੀ ਲੜੀਵਾਰ ਵਿਆਖਿਆ ਸਾਡੇ ਨਾਲ ਸਾਂਝੀ ਕੀਤੀ ਹੈ। ਅੱਜ ਤੋਂ ਨਵਾਂ ਵਿਸ਼ਾ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਸੰਬੰਧਿਤ ਸ਼ੁਰੂ ਕਰ ਰਹੇ ਹਾਂ। ਬੇਨਤੀ ਹੈ ਜੀ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੂ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰਿਓ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪਾਦਨਾ ਦੀ ਗੱਲ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਗੁਰਬਾਣੀ ਕੀ ਹੈ, ਉਹਦੀ ਕੀ ਖਾਸ ਮਹਾਨਤਾ ਹੈ, ਗੁਰਬਾਣੀ ਕਿਸ ਤਰ੍ਹਾਂ ਸਾਡੇ ਤੱਕ ਪਹੁੰਚੀ, ਉਹਦੇ ਸਰੂਤ ਕੀ ਹਨ, ਕਿਸ ਢੰਗ ਨਾਲ ਗੁਰੂ ਸਾਹਿਬ ਜੀ ਨੇ ਬਾਣੀ ਇਕੱਤਰ ਕੀਤੀ, ਇਹ ਸਾਰੀਆਂ ਵਿਚਾਰਾਂ ਹਨ ਜਿਹੜੀਆਂ ਅਸੀਂ ਇਸ ਵਿਸ਼ੇ ਦੇ ਵਿੱਚ ਕਰਨੀਆਂ ਹਨ। ਸਭ ਤੋਂ ਪਹਿਲਾਂ ਥੋੜੀ ਜਿਹੀ ਸਤਿਗੁਰੂ ਜੀ ਦੇ ਪਾਵਨ ਬਾਣੀ ਦੀ ਮਹਾਨਤਾ ਦੀ ਗੱਲ ਕਰੀਏ। ਗੁਰਬਾਣੀ ਇਹ ਸਿੱਖ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ, ਸੰਸਾਰ ਤੇ ਆਏ, ਭਗਤ ਸੰਸਾਰ ਤੇ ਆਏ, ਜਿਨ੍ਹਾਂ ਦੇ ਰਚਨਾ ਨੂੰ ਸਤਿਗੁਰੂ ਜੀ ਦੇ ਇਸ ਮਹਾਨ ਗ੍ਰੰਥ ਵਿੱਚ ਦਰਜ ਹੋਣ ਦਾ ਮੌਕਾ ਮਿਲਿਆ। ਇਹ ਕਹਿ ਸਕਦੇ ਹਾਂ ਕਿ ਸਿੱਖ ਧਰਮ ਦੀ ਸੰਸਾਰ ਨੂੰ ਇੱਕ ਮਹਾਨ ਦੇਣ ਹੈ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ। ਇਸ ਦਾ ਸਰੂਪ ਕਾਇਮ ਕਰਨ ਵਿੱਚ ਗੁਰੂ ਸਾਹਿਬਾਨ ਭਗਤਾਂ ਤੇ ਵਿਸ਼ੇਸ਼ ਯੋਗਦਾਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਮਹਾਨ ਗ੍ਰੰਥ ਦੀ ਬੀੜ ਨੂੰ ਬੰਨਿਆ, ਭਾਵ ਸੰਪੂਰਨ ਕੀਤਾ। ਆਮ ਤੌਰ ਤੇ ਇਹਦੀ ਮਹਾਨਤਾ ਦੀ ਜਦੋਂ ਗੱਲ ਕਰਦੇ ਹਾਂ, ਜਿਵੇਂ ਇੱਕ ਖੁੱਲੇ ਅਸਮਾਨ ਨੂੰ ਆਪਣੇ ਕਲਾਵੇ ਵਿੱਚ ਲੈਣਾ ਮੁਸ਼ਕਲ ਹੈ, ਸੂਰਜ ਦੀ ਦੂਰੀ ਨੂੰ ਗਜ਼ਾਂ ਨਾਲ, ਮੀਟਰਾਂ ਨਾਲ ਮਿਣ ਸਕਣਾ ਅਸੰਭਵ ਜਿਹਾ ਹੈ। ਇੱਕ ਡੂੰਘੇ ਸਮੁੰਦਰ ਦੇ ਵਿੱਚੋਂ, ਉਹਦੀ ਦੂਰ ਦੀ ਤਹਿ ਵਿੱਚੋਂ ਸ਼ਾਨਦਾਰ ਮੋਤੀ ਰਤਨ ਕੱਢਣੇ ਬੜੇ ਮੁਸ਼ਕਲ ਹਨ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਜੋ ਪ੍ਰੇਮਾ ਭਗਤੀ, ਪ੍ਰਮਾਤਮਾ ਦਾ ਗਿਆਨ, ਜੀਵਨ ਦੀਆਂ ਅਟਲ ਸਚਾਈਆਂ, ਅਧਿਆਤਮਵਾਦ ਤੇ ਜੋ ਪਰਮ ਕਥਨ ਬਿਆਨ ਕੀਤੇ ਗਏ ਹਨ, ਉਹਨਾਂ ਨੂੰ ਬੋਲ ਕੇ ਦੱਸਣਾ ਇੱਕ ਸੰਭਵ ਜਿਹੀ ਗੱਲ ਜਾਪਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪ ਇਸ ਦੀ ਮਹਾਨਤਾ ਦੀ ਗੱਲ ਕੀਤੀ, ਇਸ ਗ੍ਰੰਥ ਦੀ ਸੰਪੂਰਨਤਾ ਦੇ ਉੱਤੇ, ਤਾਂ ਆਪ ਜੀ ਨੇ ਮੁਦਾਵਨੀ ਲਿਖ ਕੇ ਉਹ ਗੱਲ ਸਾਡੀ ਝੋਲੀ ਵਿੱਚ ਪਾ ਦਿੱਤੀ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का ਪਿਓ, ਜਿਸ ਕਾ ਸਭ ਸੁਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ, ਨਿਤ ਨਿਤ ਰਖ ਉਰ ਧਾਰੋ, ਤਮ ਸੰਸਾਰ ਤਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਇਹ ਖੁੱਲਾ ਐਲਾਨ ਸੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ,
ਜਿਨ੍ਹਾਂ ਨੇ ਇਸ ਗ੍ਰੰਥ ਦੀ ਮਹਾਨਤਾ ਨੂੰ ਸੰਸਾਰ ਦੇ ਸਾਹਮਣੇ ਰੱਖਿਆ। ਸਤਿਗੁਰੂ ਕਹਿਣ ਲੱਗੇ, ਇਸ ਸੰਸਾਰ ਵਿੱਚ ਹਰ ਵਿਅਕਤੀ ਨੂੰ ਇੱਕ ਭੁੱਖ ਲੱਗੀ ਹੋਈ ਹੈ। ਇਹ ਭੁੱਖ ਹੈ ਕਿ ਉਹਦਾ ਉਧਾਰ ਹੋ ਜਾਏ। ਇਹ ਹਰ ਵਿਅਕਤੀ ਦੀ ਇੱਛਾ ਹੁੰਦੀ, ਮੇਰੀ ਵੀ ਇੱਛਾ ਹੈ, ਆਪ ਜੀ ਦੀ ਇੱਛਾ ਵੀ ਹੈ। ਹਰ ਵਿਅਕਤੀ ਦੀ ਖਾਸ਼ ਹੁੰਦੀ ਹੈ ਵੀ ਉਹਦਾ ਉਧਾਰ ਹੋ ਜਾਏ, ਉਹ ਜੀਵਨ ਦੇ ਵਿੱਚ ਬੁਲੰਦੀਆਂ ਨੂੰ ਛੂਹ ਲਵੇ। ਜਿਹੜੇ ਸਾਧਨ ਉਸਦੇ ਪਾਸ ਹਨ, ਜਿੰਨੇ ਕੁ ਸਾਧਨ ਹਨ, ਉਹਨਾਂ ਦੀ ਵਰਤੋਂ ਕਰਕੇ ਉਹ ਜੀਵਨਾਂ ਦੀ ਬੁਲੰਦੀਆਂ ਤੇ ਪਹੁੰਚ ਜਾਏ। ਵੱਧ ਤੋਂ ਵੱਧ ਮਨੁੱਖ ਤਰੱਕੀ ਕਰੇ, ਉੱਚੇ ਤੋਂ ਉੱਚਾ ਰੁਤਬਾ ਮਾਣੇ। ਇਹ ਖਾਸ਼ ਹਰ ਮਨੁੱਖ ਦੀ ਹੁੰਦੀ ਹੈ। ਮਨੁੱਖ ਸਰੀਰਕ ਤੌਰ ਤੇ, ਪਦਾਰਥਕ ਤੌਰ ਦੇ ਉੱਤੇ, ਆਰਥਿਕ ਤੌਰ ਤੇ, ਮਾਨਸਿਕ ਤੌਰ ਦੇ ਉੱਤੇ, ਬੌਧਿਕ ਤੌਰ ਦੇ ਉੱਤੇ, ਆਤਮਿਕ ਤੌਰ ਦੇ ਉੱਤੇ ਉੱਨਤੀ ਚਾਹੁੰਦਾ ਹੈ। ਪਰ ਸਤਿਗੁਰੂ ਕਹਿਣ ਲੱਗੇ, ਸੰਭਵ ਨਹੀਂ ਹੈ। ਇਹਦੇ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ। ਉਹ ਹੈ ਸੰਸਾਰ ਵਿੱਚ ਅਗਿਆਨਤਾ ਦਾ ਹਨੇਰਾ, ਤਮ। ਉਹ ਪਤਾ ਹੀ ਨਹੀਂ ਸਾਨੂੰ ਕਿ ਉਧਾਰ ਕਿਵੇਂ ਹੋਣਾ ਹੈ। ਇਹ ਭੁੱਖ ਜੋ ਸਾਡੇ ਅੰਦਰ ਉਧਾਰ ਦੀ ਹੈ, ਇਹ ਕਿਵੇਂ ਦੂਰ ਹੋਵੇਗੀ, ਇਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ, ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਅਸੀਂ ਅਣਜਾਣ ਭਟਕਦੇ ਹੋਰ ਸਾਧਨ ਤਾਂ ਲੱਭਦੇ ਹਾਂ, ਪਰ ਜਿਸ ਨਾਲ ਇਹ ਤਮ, ਇਹ ਹਨੇਰਾ ਦੂਰ ਹੋ ਸਕਦਾ, ਉਹ ਸਾਧਨ ਅਸੀਂ ਨਹੀਂ ਲੱਭਦੇ। ਸਾਰਾ ਸੰਸਾਰ ਹੀ ਦੇਖਿਆ ਅਗਿਆਨਤਾ ਦੇ ਹਨੇਰੇ 'ਚ ਭਟਕ ਰਿਹਾ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ, ਦੁਨੀਆ ਦੇ ਲੋਕੋ, ਸੰਸਾਰ ਦੇ ਲੋਕੋ, ਘਬਰਾਉਣ ਦੀ ਲੋੜ ਨਹੀਂ। ਮੈਂ ਤੁਹਾਡੇ ਸਾਹਮਣੇ ਇਸ ਭੁੱਖ ਨੂੰ ਦੂਰ ਕਰਨ ਲਈ, ਇਸ ਦੀ ਤ੍ਰਿਪਤੀ ਕਰਨ ਦੇ ਲਈ ਇੱਕ ਬਹੁਤ ਕੀਮਤੀ ਖਾਣੇ ਦਾ ਥਾਲ ਪਰੋਸ ਕੇ ਤੁਹਾਡੇ ਰੱਖਿਆ, ਤੁਹਾਡੇ ਸਾਹਮਣੇ ਰੱਖਿਆ, ਜਿਸ ਵਿੱਚ 3 ਵਸਤੂਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਥਾਲ ਵਿੱਚ 3 ਵਸਤੂ ਪਈਓ ਦੀ ਗੱਲ ਕਰਕੇ ਸਾਡੇ ਸੰਸਾਰ ਦੇ ਸਾਹਮਣੇ ਰੱਖ ਦਿੱਤਾ। ਇਹ ਥਾਲ ਗੁਰੂ ਗ੍ਰੰਥ ਸਾਹਿਬ ਹੈ। ਇਹ ਬਾਣੀ ਦਾ ਸਾਗਰ, ਇਹ ਬਾਣੀ ਰੂਪੀ ਸਮੁੰਦਰ ਹੈ। ਇਹ ਗ੍ਰੰਥ ਹੀ ਸੰਸਾਰ ਦੀ ਲੱਗੀ ਹੋਈ ਭੁੱਖ ਨੂੰ ਦੂਰ ਕਰ ਸਕਦਾ ਹੈ, ਸੰਸਾਰ ਨੂੰ ਉਧਾਰ ਦਾ ਰਸਤਾ ਦੱਸ ਸਕਦਾ ਹੈ। ਇਹ ਥਾਲ ਹੈ ਕਿ ਇਹ ਜੋਤ ਹੈ, ਇਸ ਸੱਚੇ ਦਸੇ ਗੁਰੂਆਂ ਦੀ ਜੋਤ। ਇਹ ਥਾਲ ਹੈ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਖਜ਼ਾਨਾ, ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਰਹਿਮਤ, ਜੋ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਪਾਸ ਮੌਜੂਦ ਹੈ। ਤੇ ਸਤਿਗੁਰੂ ਜੀ ਨਾਲ ਇਹ ਕਹਿੰਦੇ, ਮੇਰਾ ਪੱਕਾ ਵਿਸ਼ਵਾਸ ਹੈ, ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜੇ ਕੋਈ ਪ੍ਰਾਣੀ ਇਸ ਥਾਲ ਵਿੱਚ ਪਰੋਸੀ ਹੋਈ ਵਸਤੂ ਨੂੰ ਖਾ ਜਾਏ, ਪਚਾ ਲਵੇ, ਤਾਂ ਉਹਦਾ ਉਧਾਰ ਜ਼ਰੂਰ ਹੋ ਜਾਏਗਾ। ਜੇ ਕੋ ਖਾਵੇ, ਜੇ ਕੋ ਭੁੰਚੇ, ਤਿਸਕਾ ਹੋਏ ਉਧਾਰੋ। ਉਹ ਉੱਚੀ ਤੋਂ ਉੱਚੀ ਆਤਮਿਕ ਅਵਸਥਾ ਨੂੰ ਪਹੁੰਚ ਜਾਵੇਗਾ, ਜਿਹਦੀ ਅਸੀਂ ਤਰਲੇ ਲੱਭਦੇ ਹਾਂ। ਉਹ ਆਤਮਿਕ ਅਵਸਥਾ ਵੱਡੀ ਤੋਂ ਵੱਡੀ ਮਿਲ ਜਾਏਗੀ। ਕਹਿਣ ਲੱਗੇ, ਨਾਲ ਪਾਤਸ਼ਾਹ ਕਹਿੰਦੇ, ਮੇਰਾ ਇੱਕ ਹੋਰ ਦਾਅਵਾ ਵੀ ਹੈ, ਉਹ ਇਹ ਕਿ ਇਹ ਵਸਤ ਤਜੀ ਨਾ ਜਾਏ, ਇਹ ਵਸਤ ਤਿਆਗੀ ਨਹੀਂ ਜਾ ਸਕਦੀ। ਭਾਵ ਸੰਸਾਰ ਦਾ ਕਦੇ ਉਧਾਰ ਨਹੀਂ ਹੋ ਸਕਦਾ ਜੇ ਉਹ ਇਸ ਮਹਾਨ ਥਾਲ, ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਪਰੋਸੀ ਹੋਈ ਵਸਤੂ ਨੂੰ ਖਾ ਕੇ ਪਚਾ ਨਹੀਂ ਲੈਂਦਾ। ਸ਼ਰਤ ਖਾਣ ਦੀ ਵੀ ਹੈ, ਸ਼ਰਤ ਪਚਾਣ ਦੀ ਵੀ ਹੈ। ਕੇਵਲ ਖਾਣ ਦੇ ਨਾਲ ਭੁੱਖ ਨਹੀਂ ਮਿਟਦੀ, ਜਦ ਤੱਕ ਭੋਜਨ ਪਚਦਾ ਨਹੀਂ ਹੈ। ਭੋਜਨ ਪਚਣ ਤੋਂ ਬਿਨਾਂ ਸਾਡੀ ਤ੍ਰਿਪਤੀ ਨਹੀਂ ਹੋ ਸਕਦੀ। ਇਸ ਵਾਸਤੇ ਜੇ ਕੋ ਖਾਵੇ, ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਤੇ ਇਹ ਵਸਤੂ ਕੋਈ ਅੱਜ ਦੀ ਨਹੀਂ, ਨਿਤ ਨਿਤ ਰੱਖ ਉਧਾਰੋ ਦੀ ਗੱਲ ਹੈ ਇਸ ਵਿੱਚ। ਭਾਵ ਇਹ ਸਦੀਵ ਤੌਰ ਤੇ ਇਹ ਹੋਏਗਾ ਕਿਵੇਂ? ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਇਹ ਗ੍ਰੰਥ ਚਰਨ ਲਗ ਤਰੀਏ, ਚਰਨੀ ਲੱਗਣ ਦੇ ਨਾਲ। ਚਰਨ ਕੀ ਹਨ? ਉਪਦੇਸ਼ ਮੰਨਣ ਦੇ ਨਾਲ, ਉਪਦੇਸ਼ਾਂ ਨੂੰ ਗ੍ਰਹਿਣ ਕਰਨ ਦੇ ਨਾਲ, ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲਣ ਦੇ ਨਾਲ, ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਕੋਲ ਅੰਦਰ ਨੂੰ ਵਸਾਉਣ ਦੇ ਨਾਲ। ਤੇ ਫਿਰ ਕਹਿੰਦੇ ਨੇ ਭੋਜਨ ਕਿਹੜਾ ਹੈ? ਮਹਾਰਾਜ ਕਹਿੰਦੇ, ਇਹ 3 ਚੀਜ਼ਾਂ ਦਾ ਭੋਜਨ ਤਿਆਰ ਹੋਇਆ। ਇਹਦੇ ਵਿੱਚ ਸਤ ਦੀ ਵਿਚਾਰ ਹੈ, ਇਸ ਵਿੱਚ ਸੰਤੋਖ ਦੀ ਵਿਚਾਰ ਹੈ, ਇਸ ਵਿੱਚ ਅੰਮ੍ਰਿਤ ਨਾਮ ਦੀ ਵਿਚਾਰ ਹੈ।
ਜੀਵਨ ਵਿੱਚ ਸਫਲਤਾ ਦੀ ਸਭ ਤੋਂ ਵੱਡੀ ਕੁੰਜੀ ਸਤ ਹੈ। ਜਿਸ ਦੇ ਜੀਵਨ ਵਿੱਚ ਸਤ ਨਹੀਂ ਹੈ, ਜਿਸ ਨੂੰ ਸਤ ਦਾ ਗਿਆਨ ਨਹੀਂ ਹੈ, ਜਿਸ ਨੇ ਸਤ ਨਾਲ ਆਪਣੀ ਸਾਂਝ ਨਹੀਂ ਪਾਈ, ਉਹ ਮਨੁੱਖ ਦਾ ਉਧਾਰ ਨਹੀਂ ਹੋ ਸਕਦਾ। ਪਹਿਲਾਂ ਸਤ ਦੀ ਸਮਝ, ਸਤ ਕੀ ਹੈ, ਸਤ ਕੌਣ ਹੈ, ਸਤ ਦੀ ਵਿਚਾਰ ਕੀ ਹੈ, ਸਤ ਕਿਵੇਂ ਆਉਂਦਾ ਹੈ, ਸਤ ਕਿਵੇਂ ਜੀਵਨ ਵਿੱਚ ਰੱਖਣਾ ਹੈ। ਇਹ ਸਤ ਦੀ ਵਿਚਾਰ, ਸਾਰੀਆਂ ਚੀਜ਼ਾਂ ਸਤ ਵਿੱਚ ਆਉਂਦੀਆਂ ਹਨ। ਫਿਰ ਇਹ ਸਤ ਦੇ ਜਾਣਕਾਰੀ ਹੋਵੇ, ਪਰਮ ਸਤ ਨਾਲ ਕਿਵੇਂ ਮਿਲਣਾ ਹੈ, ਉਸ ਸਤ ਦੇ ਅਸੀਂ ਕੌਣ ਹਾਂ, ਸਾਡੇ ਕੀ, ਅਸੀਂ ਕਿਸ ਦੀ ਅੰਸ਼ ਹਾਂ, ਉਹ ਸਤ ਨਾਲ ਕਿਵੇਂ ਮਿਲੀਏ, ਸਤ ਨਾਲ ਕਿਵੇਂ ਜੁੜੀਏ, ਸਤ ਨਾਲ ਕਿਵੇਂ ਲੱਗੀਏ, ਇਹ ਸਾਰੀਆਂ ਚੀਜ਼ਾਂ ਸਤ ਦੀ ਵਿਚਾਰ ਵਿੱਚ ਆਉਂਦੀਆਂ ਹਨ। ਤੇ ਉਸ ਦੇ ਦੇਖਣ ਲਈ ਸਾਹਿਬ ਜੀ ਕਹਿਣ ਲੱਗੇ, ਸਤ ਦੀ ਵਿਚਾਰ ਸਾਡੀ ਜੀਵਨ ਵਿੱਚ ਹੋਵੇ, ਸਾਡੇ ਬੋਲਣ ਵੀ ਸੱਚ ਹੋਵੇ, ਸਾਡੇ ਵੇਖਣ ਵੀ ਸੱਚ ਹੋਵੇ, ਸਾਡੇ ਜ਼ਬਾਨ ਤੇ ਸੱਚ ਹੋਵੇ, ਸਾਡੀ ਕਰਨੀ ਵੀ ਸੱਚ ਹੋਵੇ, ਸਾਡੇ ਕਿਰਦਾਰ ਵੀ ਸੱਚ ਹੋਵੇ, ਤਾਂ ਉਹ ਸੱਚੇ ਨਾਲ, ਜੇ ਸੱਚੇ ਦੀ ਗੱਲ ਗੁਰੂ ਪਾਤਸ਼ਾਹ ਨੇ ਸਤ ਦੀ ਵਿਚਾਰ ਦੀ ਗੱਲ ਕੀਤੀ, ਤਾਂ ਹੀ ਉਹ ਸੱਚੇ ਦੇ ਨਾਲ ਮਿਲਾਪ ਹੋਏਗਾ। ਜੋ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਉਸੀ ਵੀ ਸੱਚ ਹੈ, ਉਸ ਦਾ ਤਾਂ ਮਿਲਾਪ ਹੋਏਗਾ। ਸਤ ਦੀ ਵਿਚਾਰ ਸਮਝਣ ਦੇ ਲਈ ਸਾਨੂੰ ਜੀਵਨ ਦੇ ਹਰ ਪਹਿਲੂ ਵਿੱਚ ਸਤ ਦੀ ਵਿਚਾਰ ਹੋਣੀ ਚਾਹੀਦੀ ਹੈ। ਸੱਚੋਂ ਉरै ਸਭ ਕੋ, ਉੱਪਰ ਸੱਚ ਆਚਾਰ। ਇਹ ਸੱਚ ਦਾ ਕਿਰਦਾਰ, ਸੱਚ ਦਾ ਆਚਾਰ, ਸੱਚ ਦਾ ਵਿਹਾਰ, ਸੱਚ ਕਰਨੀ। ਹਰ ਦੁਨੀਆ ਦੀ ਹਰ ਚੀਜ਼ ਸ਼ੈ ਸੱਚ ਤੋਂ ਵੱਡੀ ਜਾਂ ਸੱਚ ਤੋਂ ਥਲ, ਪਰ ਇੱਕ ਮਨੁੱਖਾ ਕਿਰਦਾਰ ਹੈ ਜੋ ਸੱਚ ਤੋਂ ਵੀ ਵੱਡੀ ਚੀਜ਼ ਹੈ, ਜਿਹੜੀ ਹੋਣਾ ਬੜਾ ਜ਼ਰੂਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਤ ਦੀ ਵਿਚਾਰ ਦੀ ਇਸ ਗ੍ਰੰਥ ਵਿੱਚ ਦ੍ਰਿੜ ਕਰਵਾਈ। ਗੁਰੂ ਜੀ ਨੇ ਸੰਤੋਖ ਦੀ ਵਿਚਾਰ ਵੀ ਦ੍ਰਿੜ ਕਰਵਾਈ। ਜਿਸ ਜੀਵਨ ਵਿੱਚ ਸੰਤੋਖ ਨਹੀਂ ਹੈ, ਉਸ ਕਦੀ ਵੀ ਤ੍ਰਿਪਤ ਨਹੀਂ ਹੋ ਸਕਦਾ, ਉਹ ਕਦੀ ਵੀ ਸਤ ਨਾਲ ਨਹੀਂ ਮਿਲ ਸਕਦਾ। ਸੰਤੋਖ ਦਾ ਹੋਣਾ ਬੜਾ ਜ਼ਰੂਰੀ ਹੈ। ਜੋ ਹੈ, ਜਿਸ ਤਰ੍ਹਾਂ ਦਾ ਹੈ, ਜਿਵੇਂ ਦਾ ਹੈ, ਉਸ ਨੂੰ ਆਪਣੇ ਜੀਵਨ ਵਿੱਚ ਉਸ ਨੂੰ ਸ਼ੁਕਰ ਕਹਿ ਕੇ, ਸ਼ੁਕਰਾਨਾ ਕਹਿ ਕੇ ਹੁਕਮ ਰਜਾਈ ਚੱਲਣਾ ਸੰਤੋਖ ਹੈ। ਇਹ ਸੰਤੋਖ ਦੀ ਗੱਲ ਹੈ। ਜਦ ਤੱਕ ਸੰਤੋਖ ਜੀਵਨ ਵਿੱਚ ਨਹੀਂ ਹੈ, ਉਦੋਂ ਤੱਕ ਇਹ ਅੱਖਾਂ ਭਰ ਨਹੀਂ ਸਕਦੀਆਂ। ਸ਼ੇਖ ਸਾਧੀ ਨੇ ਤਾਂ ਹੀ ਤਾਂ ਲਿਖਿਆ ਸੀ, ਦੁਨੀਆਦਾਰ ਮਨੁੱਖ ਦੀਆਂ ਤੰਗ ਅੱਖਾਂ ਕੇਵਲ ਦੋ ਚੀਜ਼ਾਂ ਨਾਲ ਭਰ ਸਕਦੀਆਂ ਹਨ, ਜਾਂ ਸੰਤੋਖ ਨਾਲ ਜਾਂ ਕਬਰ ਦੀ ਮਿੱਟੀ ਦੇ ਨਾਲ। ਇਸ ਵਾਸਤੇ ਸੰਤੋਖ ਵੀ ਹੋਣਾ, ਜੀਵਨ ਹਮੇਸ਼ਾ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ। ਤੋ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਵਾਲਾ ਇਹ ਸੰਤੋਖ ਦੁਨੀਆ ਦੇ ਪਦਾਰਥਾਂ ਨਾਲ ਨਹੀਂ ਆਉਂਦਾ। ਇਹ ਸੰਤੋਖ ਦੁਨੀਆ ਦੀ ਦੌਲਤ ਨਾਲ ਨਹੀਂ ਆਉਂਦਾ। ਇਹ ਸੰਤੋਖ ਸੰਸਾਰ ਦੇ ਵਿੱਚ ਸ਼ੋਹਰਤ ਖੱਟਣ ਨਾਲ ਨਹੀਂ ਆਉਂਦਾ। ਇਹ ਸੰਤੋਖ ਆਉਂਦਾ ਹੈ ਗੁਰੂ ਦੇਵ ਜੀ ਲੜ ਲੱਗਣ ਦੇ ਨਾਲ, ਗੁਰੂ ਦੇ ਹੁਕਮ ਰਜ਼ਾਈ ਚੱਲਣਾ ਦੀ ਗੱਲ ਸਿੱਖਣ ਦੇ ਨਾਲ। ਇਹ ਸੰਤੋਖ ਆਉਂਦਾ ਹੈ ਉਸ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਵਿਚਰਨ ਦੇ ਨਾਲ। ਇਹ ਗੱਲ ਗੁਰੂ ਸਾਹਿਬ ਜੀ ਨੇ ਇਸ ਗ੍ਰੰਥ ਵਿੱਚ ਸਮਝਾਈ। ਇਸ ਮਹਾਨ ਗ੍ਰੰਥ 'ਚ ਇਹ ਵੀ ਗੱਲ ਗੁਰੂ ਸਾਹਿਬ ਜੀ ਨੇ ਦੱਸ ਦਿੱਤੀ। ਤੀਜੀ ਆਤਮਕ ਅੰਮ੍ਰਿਤ ਨਾਮ ਦੀ ਵਿਚਾਰ ਹੈ, ਜਿਹੜੀ ਗੁਰੂ ਪਾਤਸ਼ਾਹ ਨੇ ਦੱਸੀ। ਤੋ ਇਹ ਤਿੰਨੇ ਵਿਚਾਰ, ਇਹ ਇਸ ਅਸੂਲ ਦੇ ਜਿਹੜੇ ਗੁਰੂ ਸਾਹਿਬ ਨੇ ਦੱਸਿਆ, ਸਭ ਨਾਨਕ ਬ੍ਰਹਮ ਪਸਾਰੋ, ਤੇ ਸਤ ਸੰਤੋਖ ਤੇ ਨਾਮ, ਜਿਹਨੇ ਸਤ ਦਾ ਸੰਸਾਰ ਦਾ ਉਧਾਰ ਕਰਨਾ ਹੈ, ਤੇ ਉਸ ਦੀ ਭੁੱਖ ਨੂੰ ਤ੍ਰਿਪਤ ਕਰਨਾ ਹੈ। ਤੇ ਇਸ ਭੋਜਨ ਤੋਂ ਬਿਨਾਂ ਸੰਸਾਰ ਦੀ ਤ੍ਰਿਪਤੀ ਨਹੀਂ ਹੋ ਸਕਦੀ, ਨਾ ਹੀ ਸੰਸਾਰ ਸੱਚ ਨਾਲ ਮਿਲ ਸਕਦਾ ਹੈ। ਇਹ ਖੁੱਲਾ ਐਲਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੀੜ ਲਿਖਣ ਤੋਂ ਬਾਅਦ, ਸੰਪੂਰਨ ਕਰਨ ਤੋਂ ਬਾਅਦ ਇਹ ਸਾਰਾ ਕੁਝ ਲਿਖਿਆ। ਹੁਣ ਸਵਾਲ ਇਹ ਹੈ ਵੀ ਇਸ ਗ੍ਰੰਥ ਵਿੱਚ ਹੈ ਕੀ ਹੈ? ਇਸ ਗ੍ਰੰਥ ਵਿੱਚ ਗੁਰਬਾਣੀ ਹੈ, ਸ਼ਬਦ ਹੈ। ਹੁਣ ਗੁਰਬਾਣੀ ਕੀ ਚੀਜ਼ ਹੈ? ਗੁਰਬਾਣੀ ਅਕਾਲ ਪੁਰਖ ਦਾ ਉਹ ਪਵਿੱਤਰ ਗਿਆਨ ਹੈ, ਅਕਾਲ ਪੁਰਖ ਦੇ ਘਰ ਦਾ ਉਹ ਪਵਿੱਤਰ ਸੁਨੇਹਾ ਹੈ, ਜਿਸ ਨੂੰ ਗੁਰੂ ਸਾਹਿਬਾਨ ਦੇ ਹਿਰਦੇ ਵਿੱਚ ਪ੍ਰਕਾਸ਼ ਕੀਤਾ। ਉਸ ਨੂੰ ਗੁਰਬਾਣੀ ਜਾਂ ਧੁਰਕੀ ਬਾਣੀ ਜਾਂ ਅਗਲੀ ਬਾਣੀ, ਜਾਂ ਅਸੀਂ ਹੋਰ ਲਫ਼ਜ਼ ਵੀ ਵਰਤ ਲੈਂਦੇ ਹਾਂ, ਜਿਸ ਨੂੰ ਕਲਾਮ ਦੀ ਗੱਲ ਕਹਿੰਦੇ ਹਾਂ, ਰੱਬੀ ਕਲਾਮ ਹੈ, ਇਹ ਹੈ। ਇਸੇ ਵਾਸਤੇ ਇਹ ਅਲੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਹਬੀਬ ਨੇ ਗੱਲ ਲਿਖੀ ਸੀ, ਜਦੋਂ ਉਹਨੇ ਵਿਆਖਿਆ ਕੀਤੀ ਵੀ ਸਿੱਖਾਂ ਨੇ ਆਪਣਾ ਇਤਿਹਾਸ ਬਣਾਇਆ ਹੈ ਪਰ ਸਾਂਭਿਆ ਨਹੀਂ। ਜਦੋਂ ਇਤਿਹਾਸ ਬਣਾਉਣ ਦੀ ਗੱਲ ਕੀਤੀ
ਤਾਂ ਉਹਦੇ ਚੋਂ ਲਿਖਦਾ ਹੈ ਕਿ ਇਹਨਾਂ ਕੋਲ ਇੱਕ ਰੱਬੀ ਕਲਾਮ ਹੈ ਜਿਸ ਨੂੰ ਇਹ ਸ਼ਬਦ ਕਹਿੰਦੇ ਨੇ। ਔਰ ਦੂਸਰੀ ਅੱਗੇ ਜਾ ਕੇ ਉਹਨੇ ਗੱਲ ਲਿਖੀ, ਇਹਨਾਂ ਕੋਲ ਉਸ ਸ਼ਬਦ ਵਿੱਚ ਰੰਗੀਆਂ ਹੋਈਆਂ ਉਹ ਆਤਮਾਵਾਂ ਹਨ ਜਿਨ੍ਹਾਂ ਨੇ ਸ਼ਬਦ ਦੇ ਵਿੱਚੋਂ ਸਿੱਧ ਲੈ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ। ਇਹ ਉਸਦੀ ਲਿਖਤ ਵਿੱਚ ਇਹ ਗੱਲ ਮਿਲਦੀ ਹੈ। ਤੋ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸਾਰੀ ਮਨੁੱਖ ਜਾਤੀ ਨੂੰ ਪ੍ਰਮਾਤਮਾ ਦੀ ਬੰਦਗੀ, ਗਿਆਨ, ਵਿਰਾਗ, ਪ੍ਰੇਮ, ਆਤਮਿਕ ਤਰੱਕੀ, ਨੇਕੀ, ਇਹ ਅਤੇ ਇਹ ਕਹਿ ਲਈਏ ਵਿਕਾਸ ਦੀ ਸਨੇਹ ਜਿਹੜਾ ਹੈ ਇਸ ਬਾਣੀ ਰਾਹੀਂ ਦਿੱਤਾ ਹੈ। ਉਹ ਵਿਕਾਸ ਸੰਸਾਰਿਕ ਹੈ, ਉਹ ਵਿਕਾਸ ਬੌਧਿਕ ਹੈ, ਉਹ ਵਿਕਾਸ ਅਧਿਆਤਮਿਕ ਹੈ, ਉਹ ਵਿਕਾਸ ਆਰਥਿਕ ਹੈ। ਹਰ ਕਿਸਮ ਦੇ ਵਿਕਾਸ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਇਹਦੇ ਵਿੱਚ ਕੀਤੀ ਹੈ। ਇਹ ਬਾਣੀ ਅਸਲ ਵਿੱਚ ਹੀ ਇਹ ਸੱਚ ਦਾ ਇੱਕ ਪ੍ਰਕਾਸ਼ ਹੈ, ਰੋਸ਼ਨੀ ਹੈ, ਇਹ ਚਾਨਣ ਹੈ, ਰਸਤਾ ਦੱਸਣ ਵਾਲਾ ਹੈ। ਇਹ ਆਤਮਿਕ ਸ਼ਾਂਤੀ ਦੇ ਜੀਵਨ ਦਾ ਇੱਕ ਨਾ ਮੁੱਕਣ ਵਾਲਾ ਸੋਮਾ ਹੈ। ਇਹ ਬਾਣੀ ਆਤਮਿਕ ਜਾਣੀ ਦੇ ਜੀਵਨ ਦੇ ਸ਼ਾਂਤੀ ਦੇ ਜੀਵਨ ਲਈ ਇੱਕ ਅਮੁੱਕ ਸੋਮਾ ਇਹਨੂੰ ਕਿਹਾ ਜਾ ਸਕਦਾ ਹੈ। ਔਰ ਇਹ ਕਿਸੇ ਦੇ ਆਪਣੇ ਬੋਲ ਨਹੀਂ ਹਨ। ਇਹ ਤਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਉਹ ਬਾਣੀ ਹੈ। ਹੂੰ ਆਪੂ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਇਹ ਉਹ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨਾ ਕੋਏ, ਇਹ ਉਹ ਬਾਣੀ ਹੈ। ਇਹ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਭਾਈ ਗੁਰਦਾਸ ਜੀ ਨੇ ਤਾਂ ਇੱਕ ਕਵਿਤ ਨੰਬਰ 546 ਲਿਖਿਆ। ਉਹਦੇ ਵਿੱਚ ਉਸ ਕਵਿਤ ਵਿੱਚ ਤਾਂ ਗੱਲ ਹੀ ਬੜੀ ਸਪਸ਼ਟ ਜੀ ਕਰ ਦਿੱਤੀ। ਕਹਿਣ ਲੱਗੇ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ, ਹੰਸ ਮਰ ਜੀਵਾ ਨਿਸ਼ਚੇ ਪ੍ਰਸਾਦ ਪਾਵੇ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਬਖਾਨ ਜਗ ਵਿਖੇ ਪ੍ਰਗਟਾਵੇ, ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ, ਸੋਧ ਕੇ ਸੁਬਾਸੀ ਸੁਬਾਸੇ ਬਿਹਾਸ ਵਾਏ, ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੁਜੇ ਸੋਈ ਸੋਈ ਨਿਪਜਾਵੇ। ਇਸ ਬਾਣੀ ਦੇ ਸਾਰੇ ਪਦਾਰਥ, ਇਹ ਕੋਈ ਇਤਿਹਾਸਕ ਜਾਂ ਜੋਗ੍ਰਾਫਿਕਲ ਜਾਂ ਭੂਗੋਲਕ ਜਾਂ ਕੋਈ ਸਾਹਿਤਕ ਅਕੈਡਮਿਕ ਇਸ ਦੀ ਰਚਨਾ ਨਹੀਂ ਹੈ। ਇਹ ਲਈ ਇਹਨੂੰ ਰਚਨਾ ਨਾ ਕਹਿ ਦਈਏ ਵੀ ਇਹ ਤਾਂ ਵਾਹਿਗੁਰੂ ਦੇ ਘਰ ਦਾ ਗਿਆਨ ਹੈ। ਜਿਸ ਨੇ ਵਾਹਿਗੁਰੂ ਦੇ ਘਰ ਦਾ ਗਿਆਨ ਲੈਣਾ ਹੈ, ਜਿਸ ਨੇ ਉਸ ਕਰਤੇ ਦੇ ਘਰ ਦੀਆਂ ਬਾਤਾਂ ਕਰਨੀਆਂ ਹਨ, ਜਿਸ ਨੇ ਉਸ ਕਰਤੇ ਨੂੰ ਮਿਲਣਾ ਹੈ, ਉਸ ਨੂੰ ਇਹਦੇ ਨਾਲ ਗੱਲਾਂ ਕਰਨੀਆਂ ਪੈਣਗੀਆਂ। ਇਹ ਕੋਈ ਫੋਕੀ ਫਿਲਾਸਫੀ ਦੇ ਉੱਤੇ ਜਾਂ ਮੰਤਰਾਂ ਦੇ ਉੱਤੇ ਜਾਂ ਦਲੀਲਾਂ ਦੇ ਉੱਤੇ ਜਾਂ ਘੁੰਮਣ ਘੇਰੀਆਂ ਦੇ ਵਿੱਚ ਪਾਉਣ ਵਾਲਾ ਗਿਆਨ ਨਹੀਂ ਹੈ। ਇਹ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ, ਇਹ ਤਾਂ ਇਹ ਨਾ ਹੀ ਇਹ ਕੋਈ ਸਾਇੰਸ ਦੇ ਫਾਰਮੂਲੇ ਹਨ ਵੀ ਜਿਹੜੇ ਸਾਇੰਸ ਦੇ ਫਾਰਮੂਲਿਆਂ ਦੇ ਨਾਲ ਅਸੀਂ ਅਗਲਾ ਕੰਮ ਕਰ ਲਈਏ। ਨਾ ਹੀ ਇਹ ਕੋਈ ਸਾਇੰਸ ਦੇ ਫਾਰਮੂਲੇ ਹਨ, ਨਾ ਹੀ ਇਹ ਕਦੀ ਕੋਈ ਸਾਡੇ ਨਿੱਜੀ ਤਜਰਬਿਆਂ ਦੀ ਗੱਲ ਹੈ ਜਿਹੜੇ ਕਦੀ ਗਲਤ ਸਾਬਤ ਹੋ ਜਾਣ, ਕਦੀ ਠੀਕ ਸਾਬਤ ਹੋ ਜਾਣ। ਅਸੀਂ ਐਵੇਂ ਸਾਇੰਸ ਦੀ ਕਸੌਟੀਆਂ ਦੇ ਉੱਤੇ ਚੀਜ਼ਾਂ ਨੂੰ ਤੋਲਦੇ ਰਹਿੰਦੇ ਹਾਂ। ਗੁਰਬਾਣੀ ਉਹ ਤੱਤ ਗਿਆਨ ਹੈ ਜੋ ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨਾਲ ਅਭੇਦ ਹੋਣ ਤੋਂ ਪ੍ਰਾਪਤ ਕੀਤਾ, ਔਰ ਜਿਸ ਨੂੰ ਇੱਕ ਮਿਕਤਾ ਕਰਕੇ ਪ੍ਰਮਾਤਮਾ ਨਾਲ ਲੀਨ ਹੋ ਕੇ ਇਸ ਦਿੱਤਾ ਤੇ ਸੰਸਾਰ ਦੀ ਝੋਲੀ ਵਿੱਚ ਪਾਇਆ। ਸਤਿਗੁਰੂ ਜੀ ਨੇ ਇੱਕ ਰੂਪ ਹੋ ਕੇ ਜੋ ਗਿਆਨ ਪ੍ਰਾਪਤ ਕੀਤਾ, ਜਿਸ ਨੂੰ ਅਨੁਭਵ ਕੀਤਾ, ਉਸ ਨੂੰ ਗੁਰਬਾਣੀ ਕਹਿੰਦੇ ਨੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਗੁਰੂ ਰਾਮਦਾਸ ਮਹਾਰਾਜ ਦਾ ਗੋੜੀ ਕੀ ਵਾਰ ਦੇ ਵਿੱਚ ਇਹ ਬੋਲ ਆਉਂਦਾ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਤੋ ਆਮ ਤੌਰ ਤੇ ਆਮ ਬੋਲੀ ਜਾਂ ਆਮ ਬਾਣੀ, ਕਵਿਤਾ ਤੇ ਗੁਰਬਾਣੀ ਦਾ ਇੱਕ ਬਹੁਤ ਵੱਡਾ ਫਰਕ ਹੈ। ਉਹ ਇਹ ਕਿ ਆਮ ਬੋਲੀ ਜਿਹੜੀ ਹੈ ਜਾਂ ਆਮ ਕਵਿਤਾ ਜਿਹੜੀ ਹੈ, ਉਹ ਕਿਸੇ ਅਧਿਆਤਮਕ ਮੰਡਲ ਵਿੱਚ ਬੈਠ ਕੇ ਨਹੀਂ ਲਿਖੀ ਜਾਂਦੀ ਜਾਂ ਆਤਮਿਕ ਮੰਡਲ ਵਿੱਚ ਬੈਠ ਕੇ ਨਹੀਂ ਲਿਖੀ ਜਾਂਦੀ। ਉਹ ਤਾਂ ਸਾਡੀਆਂ ਦਿਮਾਗੀ ਖਿਲਾਰੀਆਂ ਉਡਾਰੀਆਂ ਹੁੰਦੀਆਂ ਹਨ, ਦਿਮਾਗੀ ਸੋਚ ਹੁੰਦੀ ਹੈ, ਦਿਮਾਗੀ ਵਿਚਾਰਾਂ ਹੁੰਦੀਆਂ ਨੇ। ਪਰ ਗੁਰਬਾਣੀ ਇੱਕ ਉਹ ਪਾਵਨ ਤੇ ਪਵਿੱਤਰ ਰਚਨਾ ਹੈ ਜਿਹਦੇ ਪਿੱਛੇ ਸਤਿਗੁਰੂ ਮਹਾਰਾਜ ਦਾ ਇੱਕ ਕਮਾਲ ਦਾ ਜੀਵਨ, ਕਮਾਲ ਦਾ ਤਜਰਬਾ, ਸਤਿਗੁਰੂ ਦਾ ਦਰਸ਼ ਆਚਰਨ ਜਿਹੜਾ ਹੈ ਉਹ ਕੰਮ ਕਰਦਾ ਹੈ। ਇਹ ਗੁਰਬਾਣੀ ਉਸ ਚੀਜ਼ ਹੈ। ਸਤਿਗੁਰੂ ਜੀ ਨੇ ਸਿਰਫ ਬਾਣੀ ਉਚਾਰਨ ਨਹੀਂ ਕੀਤੀ, ਸਤਿਗੁਰੂ ਨੇ ਖੁਦ ਉਸ ਦੀ ਕਮਾਈ ਵੀ ਕੀਤੀ ਹੈ। ਕੇਵਲ ਉਚਾਰਨ ਕਰਕੇ ਸਾਨੂੰ ਨਹੀਂ ਭੇਜ ਦੇਤੀ ਵੀ ਲੋ ਤੁਸੀਂ ਕਰੋ, ਅਸੀਂ ਨਹੀਂ ਕਰਨਾ, ਇਹ ਨਹੀਂ। ਜੋ ਸਤਿਗੁਰੂ ਨੇ ਬੋਲਿਆ, ਸਤਿਗੁਰੂ ਨੇ ਕਮਾਇਆ ਹੋਇਆ ਹੈ।
ਉਸ ਗੁਰਬਾਣੀ, ਕਿਉਂਕਿ ਕਰਤੇ ਦੇ ਘਰ ਦੀ ਬਾਤ ਹੈ, ਉਸ ਪਰਮੇਸ਼ਰ ਦੇ ਦਰ ਦੀ ਬਾਤਾਂ ਹਨ। ਇਸੇ ਵਾਸਤੇ ਇਹਨੂੰ ਕਿਹਾ ਗਿਆ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨੇਵ ਖਨਾ ਮਨ ਤੇ ਟਾਰੀ ਰਹੇ। ਬਹੁਤ ਪਿਆਰੇ ਚਾਰ ਤੇ ਦੋ ਲਾਈਨਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਤਤ ਕੱਢ ਕੇ ਰੱਖਦਾ ਗੁਰੂ ਅਰਜਨ ਦੇਵ ਮਹਾਰਾਜ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨੇਵ ਖਨਾ ਮਨ ਤੇ ਟਾਰੀ ਰਹੇ। ਕਮਾਲ ਹੋ ਗਈ। ਗੁਰੂ ਪਾਤਸ਼ਾਹ ਕਹਿੰਦੇ ਇੱਕ ਖਿੰਡ ਦੇ ਸਮੇਂ ਜਿੰਨੇ ਵੀ ਮਾਲਕ ਨੇ ਕਿਰਪਾ ਕੀਤੀ, ਹੁਣ ਮੈਨੂੰ ਉਹਦੀ ਯਾਦ ਭੁੱਲਣ ਹੀ ਨਹੀਂ ਦਿੰਦਾ। ਅਸੀਂ ਇਹ ਗੱਲ ਕਰ ਸਕਦੇ ਹਾਂ, ਇਹ ਸਤਿਗੁਰ ਦੇ ਜੀਵਨ ਦਾ ਤੱਤ ਹੈ, ਉਹਨਾਂ ਦਾ ਆਦਰਸ਼ ਹੈ। ਬਾਣੀ ਸਤਿਗੁਰੂ ਨੇ ਜੋ ਕੀਤੀ ਉਚਾਰੀ, ਉਹ ਕਮਾਈ। ਇਸੇ ਵਾਸਤੇ ਹੀ ਇਹ ਹਰ ਬੰਦੇ ਦੇ ਜੀਵਨ ਨੂੰ ਬਦਲ ਸਕਦੀ ਹੈ। ਸਤਿਗੁਰੂ ਦੇ ਹਿਰਦੇ ਵਿੱਚ ਜੋ ਸੱਚ ਪ੍ਰਗਟ ਹੋਇਆ, ਜੋ ਸਚਾਈ ਪ੍ਰਗਟ ਹੋਈ, ਉਹਨਾਂ ਨੇ ਧਾਰਮਿਕ ਪੁਸਤਕਾਂ ਜਾਂ ਰਵਾਇਤੀ ਤੌਰ ਤੇ ਜਿਹੜੇ ਸ਼ਾਸਤਰ ਜਾਂ ਪ੍ਰਚਲਿਤ ਧਰਮਾਂ ਤੋਂ ਚੱਲ ਕੇ ਪ੍ਰਾਪਤ ਨਹੀਂ ਸੀ ਕੀਤੀ, ਸਗੋਂ ਉਹ ਸਤਿਗੁਰੂ ਜੀ ਨੇ ਨਿੱਜੀ ਅਨੁਭਵ, ਅਮਲੀ ਜੀਵਨ, ਵਾਹਿਗੁਰੂ ਤੇ ਉਹਦੀ ਰਚਨਾ ਨਾਲ ਜੁੜ ਕੇ ਇੱਕਮਿਕ ਹੋ ਕੇ ਪ੍ਰਾਪਤ ਕੀਤੀ ਸੀ। ਇਹ ਕੋਈ ਪੜ੍ਹੀ ਹੋਈ ਜਾਂ ਕਿਤੋਂ ਹੋਰ ਆਏ ਹੋਏ ਚੀਜ਼ਾਂ ਨਹੀਂ ਹਨ। ਵਾਹਿਗੁਰੂ ਵਿੱਚ ਇਹ ਬਾਣੀ ਵਿੱਚ ਉਸ ਵਾਹਿਗੁਰੂ ਦਾ ਨਾਮ, ਉਹਦੀ ਪ੍ਰੇਮਾ ਭਗਤੀ, ਮਨੁੱਖ ਮਾਤਰ ਦੀ ਸੇਵਾ, ਜੀਵਨ ਦੇ ਗੂੜੇ ਤੱਤ ਨੂੰ ਪ੍ਰੈਕਟੀਕਲ ਤੌਰ ਤੇ, ਅਮਲੀ ਤੌਰ ਤੇ, ਅਮਲੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਗੁਰਬਾਣੀ ਦੇ ਵਿੱਚ। ਇਹ ਕੇਵਲ ਸਿਧਾਂਤਕ ਰੂਪ ਨਹੀਂ ਹੈ, ਇਹ ਅਮਲੀ ਰੂਪ ਵੀ ਹੈ। ਗੁਰਬਾਣੀ ਕੇਵਲ ਦੱਸ ਦਿੱਤਾ ਇਹ ਨਹੀਂ, ਲੇਕਿਨ ਪ੍ਰੈਕਟੀਕਲ ਤੌਰ ਦੇ ਉੱਤੇ ਉਹਨੂੰ ਪੇਸ਼ ਕੀਤਾ ਗਿਆ ਹੈ। ਇਹਦੇ ਵਿੱਚ ਆਤਮਿਕ ਰਸ ਹੈ, ਇਸ ਬਾਣੀ ਅੰਦਰ ਵਿਸਮਾਦ ਹੈ, ਫਿਰ ਇਸ ਬਾਣੀ ਅੰਦਰ ਕੀਰਤਨ ਹੈ, ਅਤੇ ਰਾਗ ਦੀ ਖਾਸ ਪ੍ਰਧਾਨਤਾ ਜਿਹੜੀ ਹੈ ਇਸ ਬਾਣੀ ਦੇ ਅੰਦਰ ਰੱਖੀ ਗਈ ਹੈ। ਇਹ ਉਸ ਵਾਹਿਗੁਰੂ ਕਰਤੇ ਪੁਰਖ ਮਾਲਕ ਨਾਲ ਜੋੜਨ ਦੇ ਲਈ ਇੱਕ ਰਸ ਪੈਦਾ ਕਰਦੀ ਹੈ, ਇੱਕ ਅੰਦਰ ਪਿਆਰ ਪੈਦਾ ਕਰਦੀ ਹੈ, ਅੰਦਰ ਖਿੱਚ ਪੈਦਾ ਕਰਦੀ ਹੈ। ਮਨ ਨੂੰ ਸ਼ਾਂਤੀ, ਇਕਾਗਰਤਾ, ਮਨ ਨੂੰ ਸਹਿਜ, ਸਬਰ, ਸੰਤੋਖ, ਇਹ ਮਨ ਦੀ ਖੁਰਾਕ ਹੈ, ਇਹ ਮਿਲ ਜਾਂਦਾ ਹੈ ਤੇ ਸਾਡੇ ਇਸ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦੀ ਹੈ। ਕਿ ਬਾਣੀ ਸਤਿਗੁਰ ਸ਼ਬਦ ਉਜ਼ਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਸ ਬਾਣੀ ਜਿਹੜੀ ਹੈ ਇਹ ਜਗਦਾ ਹੋਇਆ ਦੀਪਕ ਹੈ, ਜਗਦਾ ਹੋਇਆ ਲੋਹ ਹੈ, ਰੋਸ਼ਨੀ ਵੜਦਾ ਹੈ। ਸਤਿਗੁਰ ਸ਼ਬਦ ਉਜ਼ਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਸ ਬਾਣੀ ਦੇ ਵਿੱਚ ਸਰਬ ਸਾਂਝੀਆਂ ਸਚਾਈਆਂ ਹਨ। ਨਾਮ, ਨਾਮੀ ਤੇ ਨਾਮ ਜਪਣ ਵਾਲੇ ਦਾ ਜ਼ਿਕਰ ਹੈ। ਖਿਆਲ ਕਰਨਾ, ਇਹ 'ਚ ਨਾਮ ਦਾ ਜ਼ਿਕਰ ਹੈ, ਨਾਮੀ ਦਾ ਜ਼ਿਕਰ ਹੈ, ਜਿਹੜੇ ਨਾਮੀ ਪ੍ਰਮਾਤਮਾ ਦਾ ਜ਼ਿਕਰ ਹੈ, ਤੇ ਨਾਮ ਜਪਣ ਵਾਲਿਆਂ ਦੀ ਕੀਤੀ ਹੋਈ ਘਾਲਣਾ ਦਾ ਜ਼ਿਕਰ ਵੀ ਹੈ। ਇਸ ਬਾਣੀ ਦੇ ਵਿੱਚ ਮਨੁੱਖ ਜੀਵਨ ਲਈ ਵਰਤੋਂ ਕਰਨ ਲਈ ਜਿਹੜੇ ਠੀਕ ਨਿਯਮ ਹਨ, ਉਹ ਪ੍ਰੈਕਟੀਕਲ ਜੀਵਨ ਦੀ ਗੱਲ, ਜੀਵਨ ਦਾ ਅਮਲ, ਪ੍ਰੈਕਟੀਕਲ ਤੌਰ ਤੇ ਜੀਵਨ ਵਿੱਚ ਅਪਣਾਉਣ ਦੀ ਗੱਲ, ਤੇ ਫਿਲਾਸਫੀ ਜਿਹੜੀ ਹੈ ਜੀਵਨ ਦੀ, ਉਹ ਵੀ ਬਿਆਨ ਕੀਤੀ ਗਈ ਹੈ ਇਸ ਬਾਣੀ ਦੇ ਵਿੱਚ। ਗੁਰਬਾਣੀ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ, ਜਿੱਥੇ ਇੰਨਾ ਕੁਛ ਹੈ ਉੱਥੇ ਆਈਆਂ ਗਿਰਾਵਟਾਂ ਦਾ, ਆਈਆਂ ਹੋਈਆਂ ਹਰ ਪੱਖ ਦੀਆਂ ਬੁਰਾਈਆਂ ਦਾ ਗੁਰੂ ਸਾਹਿਬ ਜੀ ਨੇ ਬੜੀ ਬੇਬਾਕੀ ਦੇ ਨਾਲ ਵਰਣਨ ਕੀਤਾ ਹੈ, ਆਲੋਚਨਾ ਵੀ ਕੀਤੀ ਹੈ। ਇਹ ਨਹੀਂ ਕਿ ਕਈ ਗੁਰੂ ਸਾਹਿਬ ਜੀ ਨੇ ਕਿਤੇ ਆਲੋਚਨਾ ਨਹੀਂ ਕੀਤੀ। ਕਈ ਵਾਰੀ ਅਸੀਂ ਬਿਨਾਂ ਵਿਚਾਰ ਤੋਂ ਇਹ ਗੱਲ ਕਰ ਦਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਮਤਾਂ ਦੇ ਸਿਧਾਂਤਾਂ ਨੂੰ ਥਾਂ ਦੇ ਦਿੱਤੀ ਗਈ, ਜੋ ਇਹ ਗੱਲ ਬਿਲਕੁਲ ਠੀਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬਿਲਕੁਲ ਵੱਖਰੀ, ਬਿਲਕੁਲ ਨਵੀਂ, ਬਿਲਕੁਲ ਸਪਸ਼ਟ, ਬਿਲਕੁਲ ਨਵੇਕਲੀ ਤੇ ਦੂਜਿਆਂ ਨਾਲੋਂ ਵੱਖਰੀ ਹੈ। ਇਸੇ ਵਾਸਤੇ ਸਿੱਖ ਮਤ ਨੂੰ ਇੱਕ ਨਿਆਰਾ ਮਤ ਜਿਹੜਾ ਹੈ ਇਹ ਕਿਹਾ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਸਾਰੀ ਮਨੁੱਖਤਾ ਦਾ ਇੱਕੋ ਹੀ ਧਰਮ ਮੰਨਿਆ। ਉਹ ਜਿਸ ਅਕਾਲ ਪੁਰਖ ਨੇ ਸਾਨੂੰ ਪੈਦਾ ਕੀਤਾ, ਉਹ ਸਾਡੀ ਪਾਲਣਾ ਕਰਦਾ ਹੈ, ਜਿਹਦੇ ਹੱਥ ਵਿੱਚ ਮਾਰਨ ਦੀ ਸ਼ਕਤੀ ਹੈ। ਕੇਵਲ ਉਸ ਨੂੰ ਯਾਦ ਕਰਨਾ, ਬਸ ਇਹੋ ਹੀ ਹੈ। ਹਰ ਕੋ ਨਾਮ ਜਪ ਨਿਰਮਲ ਕਰਮ ਦੀ ਗੱਲ। ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹਦੀ ਆਰਾਧਨਾ ਕਰਨੀ ਤੇ ਕਰਮ ਪਵਿੱਤਰ ਕਰਨੇ, ਪ੍ਰੈਕਟੀਕਲ ਤੌਰ ਤੇ ਉਸ ਨੂੰ ਆਪਣੇ ਅਮਲੀ ਜੀਵਨ ਵਿੱਚ ਲੈ ਕੇ ਆਉਣਾ, ਜਿਹਨੂੰ ਕਹਿੰਦੇ ਨਿਰਮਲ ਕਰਮ। ਪ੍ਰੈਕਟੀਕਲ ਤੌਰ ਤੇ ਇਹ ਕੋਈ ਫੁਕੀਆਂ ਕਾਢਾਂ ਨਹੀਂ ਹਨ ਵੀ ਅਸੀਂ ਪੜ੍ਹ ਕੇ ਖਤਮ ਕਰ ਦਿੱਤਾ। ਇਹ ਕੇਵਲ ਪਰਮਾਤਮਾ ਦੇ, ਇਹ ਕੇਵਲ ਨਾਮ ਜਪਣ ਜਾਂ ਬੋਲਣ, ਮੂੰਹ ਤੋਂ ਬੋਲਣ ਦੀ ਗੱਲ ਨਹੀਂ ਹੈ। ਇਹ ਪਰਮਾਤਮਾ ਦੇ ਬੋਲੀ ਹੋਈ
ਜਾਂ ਕਹੀ ਹੋਈ ਜਾਂ ਪੜ੍ਹੀ ਹੋਈ ਜਾਂ ਸੁਣੇ ਹੋਏ ਗੁਣਾਂ ਨੂੰ ਆਪਣੇ ਹਿਰਦੇ ਤੱਕ ਪਹੁੰਚਾਉਣ ਦੀ ਗੱਲ ਹੈ। ਇੱਥੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਇੱਥੇ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਕੇਵਲ ਧਰਮ ਦੀ ਵਿਆਖਿਆ ਇਹ ਨਹੀਂ ਕਰ ਦਿੱਤੀ ਵੀ ਬਸ ਪੜ੍ਹੀ ਜਾਓ ਬੈਠ ਕੇ ਸਮਾਧੀਆਂ ਲਾ ਲਓ, ਉਹ ਧਰਮ ਦੇ ਨਾਂ ਤੇ ਕਰਮ ਕਾਂਡ ਕਰ ਲਓ। ਗੁਰੂ ਸਾਹਿਬ ਜੀ ਨੇ ਇਹੋ ਜਿਹੀ ਕੋਈ ਗੱਲਬਾਤ ਸਾਰੀ ਗੁਰਬਾਣੀ ਵਿੱਚ ਨਹੀਂ ਕੀਤੀ। ਦੂਜੇ ਧਰਮਾਂ 'ਚ ਅਸੀਂ ਦੇਖਦੇ ਹਾਂ, ਉਹਨਾਂ ਦੇ ਨਾਮ ਸਿਮਰਨ ਦੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ, ਉਹਨਾਂ ਦੇ ਵਿੱਚ ਜੋ ਚੀਜ਼ਾਂ ਗੁਰੂ ਸਾਹਿਬ ਜੀ ਨੇ ਦੇਖੀਆਂ, ਉਹਨਾਂ ਵਿੱਚ ਜੋ ਉਹਨਾਂ ਨੇ ਧਰਮ ਦੇ ਨਾਂ ਦੇ ਕੀਤੇ ਪਖੰਡ ਸਨ, ਗੁਰੂ ਸਾਹਿਬ ਜੀ ਨੇ ਡਟ ਕੇ ਉਹਨਾਂ ਦਾ ਖੰਡਨ ਵੀ ਕੀਤਾ। ਇਹ ਨਹੀਂ ਵੀ ਅਸੀਂ ਇਹ ਕਹਿ ਦਈਏ ਨਹੀਂ ਜੀ ਗੁਰੂ ਸਾਹਿਬ ਸਾਰੇ ਇੱਕੋ ਜਿਹੀ ਗੱਲ ਕਰਦੇ ਨੇ। ਗੁਰਬਾਣੀ ਦੇਖਦੇ ਆ, ਸੂਤਕ ਪਾਤਕ, ਸੁੱਚ ਭਿੱਟ, ਛੂਤ ਛਾਤ, ਜਾਤ ਪਾਤ, ਹੋਰ ਖਾਣ ਪੀਣ ਦੇ ਪਹਿਨਣ ਦੇ ਜਿਹੜੇ ਵਿਤਕਰੇ ਸਨ, ਜਿਹੜੀਆਂ ਵੱਡੀਆਂ ਸਨ, ਬੇਲੋੜੀਆਂ ਪਾਬੰਦੀਆਂ ਸਨ, ਉਹਨੂੰ ਗੁਰੂ ਸਾਹਿਬ ਜੀ ਨੇ ਇਹ ਜਿਹੜਾ ਸੀ ਬਕਾਇਦਾ ਉਹਦੇ ਤੇ ਆਪਣੇ ਵਿਚਾਰ ਰੱਖੇ ਹਨ। ਉਹਨੂੰ ਕੋਈ ਥਾਂ ਨਹੀਂ ਦਿੱਤੀ ਇਸ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਯੁਗਾਂ ਦੀਆਂ ਮਨੋਕਲਪਤ ਪਈਆਂ ਹੋਈਆਂ ਵੱਡੀਆਂ ਜਿਹੜੇ ਸਤਯੁਗ, ਦੁਆਪਰ, ਕਲਯੁਗ, ਦੁਆਪਰ ਤੇ ਤ੍ਰੇਤਾ ਤੇ ਇਹ ਵੱਡੀਆਂ ਜਿਹੜੀਆਂ ਸੀ, ਸਤਿਗੁਰੂ ਜੀ ਨੇ ਇਹਨਾਂ ਨੂੰ ਮੰਨਿਆ ਹੀ ਨਹੀਂ। ਇੱਥੇ ਯੁਗਾਂ ਦੇ ਉਮਰ ਦੇ ਲਿਹਾਜ਼ ਨਾਲ ਵੰਡੀਆਂ ਨਹੀਂ ਪਈਆਂ। ਇੱਥੇ ਮਨੁੱਖ ਦੀ ਸੋਚ ਦੇ ਮੁਤਾਬਕ ਵੰਡੀ ਪਾਈ ਗਈ ਹੈ। ਮਨੁੱਖ ਕਿਹੜੇ ਯੁੱਗ ਚ ਵਿਚਰਦਾ ਹੈ, ਕੀ ਹੈ ਜੀਵਨ ਦਾ ਆਪਣਾ ਇਹ ਜਿਹੜਾ ਚਾਲ ਚੱਲਣ ਹੁੰਦਾ ਹੈ ਮਨੁੱਖ ਦਾ, ਉਸੇ ਮੁਤਾਬਕ ਸਤਿਗੁਰੂ ਨੇ ਯੁਗਾਂ ਦੀ ਗੱਲ ਕੀਤੀ ਹੈ। ਤੇ ਗੁਰਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ, ਇਹਦੇ ਵਿੱਚ ਜੇ ਮਸੀਤ ਦੀ ਗੱਲ ਕੀਤੀ, ਸੁਨਤ ਦੀ ਗੱਲ ਕੀਤੀ, ਜਾਂ ਨਮਾਜ਼ ਦੀ ਗੱਲ ਕੀਤੀ, ਕਲਮੇ ਤੇ ਰੋਜ਼ੇ ਦੀਆਂ ਗੱਲ ਕੀਤੀਆਂ, ਉਹਦੀਆਂ ਪਰਿਭਾਸ਼ਾ ਵੀ ਆਪਣੇ ਗੁਰੂ ਸਾਹਿਬ ਜੀ ਨੇ ਦਿੱਤੀਆਂ ਹਨ। ਅਸਲ ਵਿੱਚ ਕੀ ਰੋਜ਼ਾ ਹੈ, ਕਿਸ ਤਰ੍ਹਾਂ ਦਾ ਪੜ੍ਹਨਾ ਹੈ, ਕਿਸ ਤਰ੍ਹਾਂ ਦੀ ਗੱਲ ਕਰਨੀ ਹੈ। ਜਿਨ੍ਹਾਂ ਨੇ ਵਰਤਾਂ ਦੀ ਗੱਲ ਕੀਤੀ, ਜਿਨ੍ਹਾਂ ਨੇ ਤਿਲਕਾਂ ਦੀ ਗੱਲ ਕੀਤੀ, ਗੁਰੂ ਸਾਹਿਬ ਜੀ ਨੇ ਉਹਨਾਂ ਉੱਤੇ ਵੀ ਦੱਸਿਆ ਵੀ ਤਿਲਕ ਅਸਲ ਵਿੱਚ ਕੀ ਹੁੰਦਾ ਹੈ, ਵਰਤ ਅਸਲ ਵਿੱਚ ਕਿਹੜਾ ਰੱਖਣਾ ਹੈ। ਇਹ ਸਾਰੀਆਂ ਗੱਲਾਂ ਗੁਰਬਾਣੀ ਦੇ ਵਿੱਚ ਦੱਸੀਆਂ ਗਈਆਂ। ਗੁਰੂ ਸਾਹਿਬ ਜੀ ਨੇ ਕਰਮ ਕਾਂਡਾਂ ਤੋਂ ਮਨੁੱਖ ਨੂੰ ਕੱਢ ਕੇ ਇੱਕ ਸੱਚੇ ਰੱਬ ਦੇ ਨਾਮ ਨੂੰ ਜੁੜਨ ਦੀ ਪ੍ਰੇਰਨਾ ਕੀਤੀ। ਦੁਨਿਆਵੀ ਨੂੰ ਠੋਕੇ ਕਰਮ ਕਾਂਡਾਂ ਵਿੱਚੋਂ ਕੱਢ ਦਿੱਤਾ। ਇਹ ਗੁਰਬਾਣੀ ਸੀ ਜਿਹਨੇ ਮਰ ਚੁੱਕੇ ਅਧਿਆਤਮਿਕ ਤੌਰ ਤੇ, ਜਾਂ ਇਹ ਕਹਿ ਲਈਏ ਬੇਅਰਥ ਹੋਈ ਪ੍ਰਜਾ ਨੂੰ ਦੁਬਾਰਾ ਖੜਾ ਕਰ ਲਿਆ, ਦੁਬਾਰਾ ਜਗਾਤਾ। ਜਿਹੜੇ ਭੂਰਿਆਂ ਵਾਲੇ ਰਾਜੇ ਕੀਤੇ ਵਾਲੀ ਅਵਸਥਾ ਤੇ ਜਾ ਕੇ ਗੁਰਬਾਣੀ ਲੈ ਕੇ ਆਈ। ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ ਵਾਲੀ ਅਵਸਥਾ ਤੇ ਗੁਰਬਾਣੀ ਲੈ ਕੇ ਆਈ। ਦੱਸਿਆ ਮੌਤ ਦਾ ਡਰ ਖਤਮ ਕੀਤਾ ਗੁਰਬਾਣੀ ਨੇ। ਇਹਦੇ ਵਿੱਚ ਗੁਰਬਾਣੀ ਦੇ ਵਿੱਚ ਸਮਾਜਿਕ ਵੀ, ਆਰਥਿਕ ਵੀ, ਰਾਜਨੀਤਿਕ ਪੱਖਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ ਕੀਤੀ ਗਈ ਹੈ। ਇਹ ਨਾ ਕਹੀਏ ਗੁਰਬਾਣੀ ਨੇ ਜਦੋਂ ਅਸੀਂ ਪੜ੍ਹਦੇ ਹਾਂ, ਜ਼ੁਲਮ ਕਰਨ ਵਾਲੇ ਰਾਜਿਆਂ ਨੂੰ ਰਾਜੇ ਸ਼ੀ ਮੁਕੱਦਮ ਕੁੱਤੇ ਕਹਿ ਕੇ ਗੱਲ ਕੀਤੀ। ਫਿਰ ਅੰਧੀ ਰਿਅਤ ਗਿਆਨ ਵੀ ਹੋਣੀ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ। ਕਾਜ਼ੀਆਂ ਨੂੰ ਵੱਡੀ ਰਿਸ਼ਵਤਖੋਰ ਕਹਿ ਕੇ ਬੜੀ ਬੇਬਾਕੀ ਦੇ ਨਾਲ, ਬੜੀ ਦਲੇਰੀ ਦੇ ਨਾਲ ਉਹਨਾਂ ਦੀ ਰਾਜਨੀਤਿਕ ਚਲੋ ਉਹਨਾਂ ਦੀ ਆਲੋਚਨਾ ਕੀਤੀ। ਕਿਤੇ ਨਹੀਂ ਇਹ ਕਿਹਾ ਗੁਰੂ ਸਾਹਿਬ ਜੀ ਨੇ ਵੀ ਨਹੀਂ, ਆਲੋਚਨਾ ਨਹੀਂ ਕੀਤੀ। ਗੁਰੂ ਡਟ ਕੇ ਦਲੇਰੀ ਨਾਲ ਇਹ ਗੱਲ ਕੀਤੀ। ਸਤਿਗੁਰੂ ਜੀ ਨੇ ਸਮਾਜ ਦੇ ਵਿੱਚ ਬ੍ਰਾਹਮਣ ਵੱਲੋਂ, ਜੋਗੀ ਵੱਲੋਂ, ਕਾਜੀ ਵੱਲੋਂ ਲਾਏ ਹੋਏ ਜਿਹੜੇ ਫੋਕਟ ਕਰਮ ਕਾਂਡ ਸੀ, ਉਹਨਾਂ ਨੂੰ ਚੰਗੀ ਤਰ੍ਹਾਂ ਲੋਕਾਂ ਦੇ ਸਾਹਮਣੇ ਰੱਖਿਆ। ਔਰ ਇਹ ਦੱਸਿਆ, ਕਾਦੀ ਕੂੜ ਬੋਲ ਮਲ ਖਾਏ, ਬਾਮਨ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਗੁਰੂ ਸਾਹਿਬ ਨੇ ਇਹ ਗੱਲ ਕਰਤੀ, ਤੁਸੀਂ ਧਰਮ ਤਾਂ ਕੀ ਸਿਖਾਉਣਾ ਸੀ, ਤੁਸੀਂ ਤਾਂ ਠੱਗਾਂ ਦਾ, ਸੰਸਾਰ ਨੂੰ ਉਜਾੜਨ ਦਾ ਠੇਕਾ ਲੈ ਲਿਆ। ਧਰਮ ਦੇ ਆਗੂ ਤਾਂ ਕਹਾਉਂਦੇ ਹੋ, ਪਰ ਧਰਮ ਤੁਹਾਡੇ ਵਿੱਚ ਨਹੀਂ ਹੈ। ਧਰਮ ਦੇ ਆਗੂ ਤਾਂ ਆਪਣੇ ਆਪ ਨੂੰ ਮੰਨਦੇ ਹੋ। ਗੁਰੂ ਸਾਹਿਬ ਜੀ ਨੇ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਕੇ ਕਿਰਤ ਨੂੰ, ਉਦਮ ਨੂੰ, ਸੇਵਾ ਨੂੰ, ਸੰਤੋਖ ਨੂੰ ਅਸਲੀ ਮਨੁੱਖੀ ਜੀਵਨ ਦਾ ਮੇਨ ਸਾਧਨ ਦੱਸਿਆ। ਇਹ ਗੱਲ ਕਹਿ ਕੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਉਹ ਹੈ ਮਨੁੱਖ ਰਾਹ, ਰੱਬ ਦੇ ਘਰ ਦਾ ਰਾਹ ਪਛਾਣਦਾ ਹੈ, ਜਿਹੜਾ ਹੱਥਾਂ ਨਾਲ ਕਿਰਤੀ ਹੈ, ਜਿਹੜਾ ਕਿਰਤ ਕਰਦਾ ਹੈ ਤੇ ਇਹਨਾਂ ਕਿਰਤ ਵਿੱਚੋਂ ਕਮਾਈ ਹੋਈ ਵਿੱਚੋਂ ਕੁਝ ਹਿੱਸਾ ਲੋੜਵੰਦਾਂ ਦੀ ਮਦਦ ਦੇ ਲਾਉਂਦਾ ਹੈ। ਗੁਰੂ ਸਾਹਿਬ ਜੀ ਨੇ ਭਾਵੇਂ ਵਪਾਰ ਹੋਵੇ, ਭਾਵੇਂ ਵਪਾਰੀ ਹੋਵੇ, ਭਾਵੇਂ ਖੇਤੀ ਕਰਦਾ ਹੋਵੇ, ਭਾਵੇਂ ਕੋਈ ਨੌਕਰੀ ਕਰਦਾ ਹੋਵੇ, ਇਹ ਸਾਰੀਆਂ ਕਿਰਤਾਂ ਨੂੰ ਕਰਨ ਵਾਲਿਆਂ ਦਾ ਬਾਰੇ ਵੀ ਗੁਰਬਾਣੀ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਕਿ ਉਹਨਾਂ ਨੇ ਆਪਣਾ ਜੀਵਨ ਕਿਵੇਂ ਨਿਭਾਉਣਾ ਹੈ, ਕਿਵੇਂ ਕਰਨਾ ਹੈ, ਕਿਸ ਢੰਗ ਨਾਲ ਚੱਲਣਾ ਹੈ। ਗੁਰਬਾਣੀ ਸਿੱਖ ਦੇ ਜੀਵਨ ਦਾ ਇੱਕ ਧੁਰਾ ਹੈ। ਦੂਜੇ ਲਫ਼ਜ਼ਾਂ 'ਚ ਅਸੀਂ ਇਹ ਗੱਲ ਕਰ ਲਈਏ, ਸਿੱਖ ਦਾ ਕੀ
ਜਿਸ ਨੇ ਇਨਸਾਨ ਬਣਨਾ ਹੈ ਉਹਦੇ ਜੀਵਨ ਲਈ ਧੁਰਾ ਹੈ, ਕੇਵਲ ਸਿੱਖ ਦਾ ਨਹੀਂ। ਸੱਚਮੁੱਚ ਜਿਹਨੇ ਸਹੀ ਲਫ਼ਜ਼ਾਂ ਵਿੱਚ ਇਨਸਾਨ ਬਣਨਾ ਹੈ ਤਾਂ ਫਿਰ ਉਹਦੇ ਜੀਵਨ ਦਾ ਇਹ ਧੁਰਾ ਹੈ। ਇਹ ਗੁਰਬਾਣੀ ਸਾਡੇ ਲਈ ਇੱਕ ਆਤਮਿਕ ਜੀਵਨ ਹੈ, ਤੇ ਗੁਰਬਾਣੀ ਤੋਂ ਵਿਛੜ ਕੇ ਜਿਉਣਾ ਆਤਮਿਕ ਮੌਤ ਹੈ, ਜਿਸਨੂੰ ਆਖਾਂ ਜੀਵਾਂ ਵਿਸਰੇ ਮਰ ਜਾਉਣ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਗੁਰਬਾਣੀ ਦੀ ਮਹਾਨਤਾ ਦੀਆਂ ਬਹੁਤ ਸਾਰੇ ਇਤਿਹਾਸਿਕ ਸਰੋਤਾਂ ਜਾਂ ਇਤਿਹਾਸਿਕ ਗੱਲਾਂ ਸਾਨੂੰ ਮਿਲਦੀਆਂ ਹਨ, ਜਿਹੜੀਆਂ ਅਸੀਂ ਆਮ ਤੌਰ ਤੇ ਪੜ੍ਹਦੇ ਰਹਿੰਦੇ ਹਾਂ, ਆਮ ਤੌਰ ਤੇ ਸੁਣਦੇ ਰਹਿੰਦੇ ਹਾਂ। ਤੇ ਉਹਨਾਂ ਦੀ ਗੱਲਾਂ ਦੇ ਉਹ ਮੈਂ ਆਪ ਜੀ ਨਾਲ ਬਹੁਤਾ ਵਰਣਨ ਨਹੀਂ ਕਰ ਰਿਹਾ, ਸਿਰਫ ਅੱਗੇ ਨੂੰ ਆਪਾਂ ਹੋਰ ਚੱਲਦੇ ਹਾਂ। ਇਹ ਦੇਖੋ ਅਕਾਲ ਪੁਰਖ ਵੱਲੋਂ ਵਰਸਾਏ, ਜਿਹੜਾ ਸੰਖੇਪ ਜੀ ਗੱਲ ਕਰ ਲਵਾਂ, ਜਿੰਨਾ ਕੁ ਮੈਂ ਬੋਲਿਆ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਸਾਰ ਜਾਂ ਸਮਰੀ ਜੀ ਉਹਦੀ ਗੱਲ ਕਰ ਲਵਾਂ ਵੀ ਉਹ ਕਰਤੇ ਪੁਰਖ ਮਾਲਕ ਵੱਲੋਂ ਭੇਜੇ ਹੋਏ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੀ ਜੋਤ ਦੇ ਉੱਤਰਾਧਿਕਾਰੀ ਜਿਹੜੇ ਬਾਕੀ ਗੁਰੂ ਸਾਹਿਬਾਨ ਸਦਾ ਵਾਹਿਗੁਰੂ ਦੇ ਪਿਆਰ ਦੇ ਨਾਲ ਇੱਕ ਸ਼ਰਾਸ਼ਾਰ ਇੱਕ ਸੁਰ ਤੇ ਹੋ ਕੇ ਸੰਸਾਰ ਵਿੱਚ ਵਿਚਰੇ ਹਨ। ਐਸੀ ਗੁੜ ਗੁੜਚ ਅਵਸਥਾ ਜੋ ਲਫ਼ਜ਼ ਵਰਤਦੇ ਹਾਂ, ਵਿਸਮਾਦ ਅਵਸਥਾ ਵਿੱਚ ਜਿਹੜੀ ਭੁੱਲੀ ਭਟਕੀ ਭਲਾਈ ਨੂੰ ਜੋ ਉਪਦੇਸ਼ ਗੁਰੂ ਸਾਹਿਬਾਨ ਨੇ ਦਿੱਤਾ, ਪ੍ਰਭੂ ਦੇ ਦਰ ਤੇ ਜੋਦੜੀ ਕਰਕੇ ਦਿੱਤਾ ਤੇ ਲੋਕਾਂ ਨੂੰ ਪ੍ਰਭੂ ਦੇ ਦਰ ਤੇ ਜੋਦੜੀ ਕਰਨ ਦੀ ਜਾਚ ਸਿਖਾਈ, ਤੇ ਇਹ ਜਿਹੜੀ ਜਾਚ ਸਿਖਾਈ, ਇਹ ਜੀਵਨ ਦਾ ਤੱਤ ਦੱਸਿਆ, ਇਹ ਗੁਰਬਾਣੀ ਦੇ ਵਿੱਚ ਸਾਨੂੰ ਸਾਰਾ ਕੁਝ ਦੱਸਿਆ ਗਿਆ। ਸਤਿਗੁਰੂ ਜੀ ਨੇ ਆਤਮਿਕ ਡੂੰਘਾਈਆਂ ਦੇ ਵਿੱਚ ਵਸੀ, ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਆਪਣੀ ਜਿਹੜੇ ਲੋਕਾਂ ਦੀ ਬੋਲੀ ਦੇ ਵਿੱਚ ਜਿਸ ਬਾਣੀ ਨੂੰ ਉਹ ਉਪਦੇਸ਼ ਸੰਸਾਰ ਤੱਕ ਪਹੁੰਚਾਇਆ, ਤੇ ਇਸ ਨੂੰ ਇਹ ਗੁਰਬਾਣੀ ਅਸੀਂ ਕਿਹਾ ਹੈ। ਇਹ ਸਤਿਗੁਰੂ ਜੀ ਦੇ ਪਵਿੱਤਰ ਨਿਰਮਲ ਦੇ ਹਿਰਦੇ ਤੇ ਜਦੋਂ ਬਾਣੀ ਆਈ ਤੇ ਉਹ ਉਤਰੀ ਤੇ ਸਦਾ ਸੁਖਦਾਈ ਹੋਈ, ਆਨੰਦਮਈ ਹੋਈ। ਸਫਲ ਬਾਣੀ ਨੂੰ ਸਤਿਗੁਰਾਂ ਵੱਲੋਂ ਸੱਚ ਕੀ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਅੰਮ੍ਰਿਤ ਬਾਣੀ ਇਹ ਕਹਿ ਕੇ ਗੁਰਬਾਣੀ ਦੇ ਵਿੱਚ ਵੀ ਸਤਿਕਾਰ ਦਿੱਤਾ ਗਿਆ। ਤੋ ਇਸ ਵਾਸਤੇ ਇਹ ਸਤਿਗੁਰ ਕੀ ਬਾਣੀ ਜਿਹੜੀ ਹੈ, ਇਹ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਬਾਣੀ ਦੇ ਵਿੱਚ ਇੱਕ ਗੱਲ ਖਿਆਲ ਕਰਨਾ, ਇਹ ਇੱਕ ਜਿਹੜੀ ਅਰਸ਼ੀ ਬਾਣੀ ਜੋ ਲਫ਼ਜ਼ਾਂ ਤੁਰਕੀ ਬਾਣੀ ਜਿਹਨੂੰ ਅਸੀਂ ਕਹਿੰਦੇ ਆ, ਇਹ ਇਸ ਵਿੱਚ ਕੋਈ ਮਾਇਆ ਦੇ ਮਿਲਾਵਟ ਦਾ ਕੋਈ ਅੰਸ਼ ਨਹੀਂ ਹੈ। ਇਹ ਤਾਂ ਬਹੁਤ ਹੀ ਗੁਰੂ ਪਾਤਸ਼ਾਹ ਜੀ ਨੇ ਜਦੋਂ ਦੀ ਗੱਲ ਕੀਤੀ, ਉਹ ਤਾਂ ਕਮਾਲ ਦੀਆਂ ਗੱਲਾਂ ਕੀਤੀਆਂ। ਖੈਰ, ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਜੀਵਨ ਦੇ ਵਿੱਚ ਉਹਨੇ ਬਾਣੀ ਤੋਂ ਕਿਵੇਂ ਸਿੱਖਿਆ ਲੈਣੀ ਹੈ, ਕਿਵੇਂ ਆਪਣੇ ਜੀਵਨ ਨੂੰ ਰੋਸ਼ਨ ਕਰਨਾ ਹੈ, ਕਿਵੇਂ ਸਚਿਆਰ ਬਣਨਾ ਹੈ, ਕਿਵੇਂ ਉਹਨੇ ਜੀਵਨ ਦੇ ਨਾਲ ਸੱਚ ਨਾਲ ਜੁੜਨਾ ਹੈ, ਇਹ ਸਾਰੀਆਂ ਚੀਜ਼ਾਂ ਬਿਆਨ ਕੀਤੀਆਂ। ਤਾਂ ਹੁਣ ਇਹ ਗੁਰਬਾਣੀ ਦਾ ਪਿਛੋਕੜ ਹੈ। ਮੈਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਗੱਲ ਆਪ ਜੀ ਨਾਲ ਕਰਨੀ ਹੈ, ਇਹ ਇੱਕ ਪਿਛੋਕੜ ਹੈ ਜੋ ਗੁਰਬਾਣੀ ਦਾ, ਜਿਹਨੂੰ ਅਸੀਂ ਸ਼ੁਰੂਆਤ ਕਹਿੰਦੇ ਹਾਂ ਵੀ ਕੀ ਚੀਜ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਹੁਣ ਗੁਰਬਾਣੀ ਨੂੰ ਕੁਝ ਵਿਚਾਰ ਆਉਂਦੇ ਨੇ ਵੀ ਇਹ ਸੰਪਾਦਨਾ ਕਿਉਂ ਕੀਤੀ ਗਈ। ਵੱਖਰੇ ਵੱਖਰੇ ਵਿਚਾਰ ਨੇ, ਮੈਂ ਵੱਖਰੇ ਵੱਖਰੇ ਪਹਿਲੂ ਆਪ ਜੀ ਦੇ ਨਾਲ ਸਾਂਝੇ ਕਰਦਾ ਜਾਵਾਂਗਾ, ਜਿਵੇਂ ਜਿਵੇਂ ਜੋ ਕੁਝ ਮੈਟਰ ਮੈਂ ਆਪ ਜੀ ਨਾਲ ਬੇਨਤੀ ਕੀਤੀ ਹੈ। ਮੇਰੇ ਕੋਲ 3 ਪੁਸਤਕਾਂ ਮੈਂ ਸਾਹਮਣੇ ਰੱਖੀਆਂ, ਆਪਣੇ ਆਧਾਰ ਬਣਾਇਆ। ਇੱਕ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲੇ ਪੁਸਤਕ, ਉਹਨਾਂ ਦੀ ਪੁਸਤਕ ਸੀ। ਇੱਕ ਸਿੱਖ ਮਿਸ਼ਨ ਕਾਲਮ ਵਿੱਚ ਛਪਿਆ ਹੋਇਆ ਇਹ ਗੁਰੂ ਮਾਨਿਓ ਗ੍ਰੰਥ ਪੁਸਤਕ ਹੈ। ਇੱਕ ਪ੍ਰੋਫੈਸਰ ਸਾਹਿਬ ਸਿੰਘ ਦੀ ਛਪੀ ਹੋਈ ਆਦਿ ਬੀੜ ਬਾਰੇ ਪੁਸਤਕ ਹੈ। ਜਿਹੜੀਆਂ ਤਿੰਨਾਂ ਦੇ ਵਿੱਚੋਂ ਮਿਲਵਾ ਮੈਟਰ ਜਿਹੜਾ ਸਾਂਝਾ ਕੀਤਾ ਜਾਏ ਆਪ ਜੀ ਨਾਲ ਕਰਾਂਗਾ। ਜੋ ਮੈਂ ਹੁਣ ਤੱਕ ਬੋਲਿਆ, ਜਿਹੜੀ ਮੈਂ ਵਿਚਾਰ ਕੀਤੀ, ਇਹ ਸਿੱਖ ਮਿਸ਼ਨ ਕਾਲਜ ਦੀ ਗੁਰੂ ਮਾਨਿਓ ਗ੍ਰੰਥ ਕਿਤਾਬ ਦੇ ਵਿੱਚ ਦਾ ਮੈਟਰ ਹੈ। ਆਪ ਜੀ ਉਹਨੂੰ ਦੇਖ ਕੇ ਪੜ੍ਹ ਸਕਦੇ ਹੋ। ਤੇ ਮੈਟਰ, ਕਿਉਂਕਿ ਜਦੋਂ ਤੁਸੀਂ ਇੱਕ ਨਜ਼ਰ ਨਾਲ ਪੜ੍ਹਦੇ ਆ ਤਾਂ ਉਹ ਮੈਟਰ ਤੁਹਾਡੇ ਅੰਦਰ ਆਪਣੇ ਆਪ ਯਾਦ ਹੋਣਾ ਸ਼ੁਰੂ ਹੋ ਜਾਂਦਾ। ਤਾਂ ਉਹ ਜੋ ਮੈਨੂੰ ਉਸ ਕਿਤਾਬ ਵਿੱਚੋਂ ਜਿੰਨਾ ਕੁ ਮੇਰੀ ਜਾਣਕਾਰੀ ਸੀ, ਜਾਂ ਜਿੰਨੀ ਮੈਂ ਉਹ ਕਿਤਾਬ ਵਿੱਚੋਂ ਪੜ੍ਹ ਕੇ ਜਾਂ ਜਿੰਨਾ ਮੈਨੂੰ ਯਾਦ ਸੀ, ਉਹ ਮੈਟਰ ਮੈਂ ਆਪ ਜੀ ਦੇ ਨਾਲ ਉਹ 'ਚੋਂ ਸਾਂਝਾ ਕਰ ਲਿਆ। ਜਿਹੜਾ ਗੁਰੂ ਮਾਨਿਓ ਗ੍ਰੰਥ ਸਿੱਖ ਮਿਸ਼ਨ ਕਾਲਜ ਦੀ ਛਪੀ ਹੋਈ ਪੁਸਤਕ ਹੈ, ਉਹਦੇ ਵਿੱਚ ਇਹ ਸਾਰਾ ਮੈਟਰ ਜੋ ਮੈਂ ਆਪ ਜੀ ਨਾਲ ਸਾਂਝਾ ਕੀਤਾ, ਇਹ ਸਾਰਾ ਮੈਟਰ ਉਹਦੇ ਵਿੱਚੋਂ ਇਹਦਾ ਆਧਾਰ ਉਹ ਪੁਸਤਕ ਹੈ। ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਇਹਦਾ ਆਧਾਰ ਉਹ ਪੁਸਤਕ ਹੈ। ਇਸ ਤੋਂ ਗੱਲ ਆਪਾਂ ਅੱਗੇ ਸ਼ੁਰੂ ਕਰਦੇ ਹਾਂ। ਗੁਰਬਾਣੀ ਨੂੰ ਪਾਵਨ ਆਦਿ ਗ੍ਰੰਥ ਦੇ ਸਰੂਪ ਵਿੱਚ ਸਾਂਭਣ ਦੀ
ਪਹਿਲੀ ਲੋੜ ਇਤਿਹਾਸ ਵਿੱਚ ਜਿਹੜਾ ਜ਼ਿਕਰ ਆਉਂਦਾ ਹੈ ਉਹਦੇ 'ਚ ਮੈਂ ਹੁਣ ਇੱਥੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਇੱਥੇ ਮੈਨੂੰ ਜਿਹੜੇ ਸਰੋਤ ਦੇਖਣੇ ਪੈਣਗੇ ਉਹ ਬੰਸਾਵਲੀਨਾਮਾ ਵੀ ਦੇਖਣਾ ਪਏਗਾ। ਇੱਥੇ ਸੂਰਜ ਪ੍ਰਕਾਸ਼ ਦੀ ਗੱਲ ਵੀ ਮੈਨੂੰ ਕਰਨੀ ਪਏਗੀ। ਉਹਨਾਂ ਵਿੱਚ ਕੀ ਗਲਤੀਆਂ ਨੇ, ਕੀ ਊਣਤਾਈਆਂ ਨੇ, ਕੀ ਕਮੀਆਂ ਨੇ, ਉਹਨਾਂ ਦੀ ਗੱਲ ਵੀ ਆਪ ਜੀ ਨਾਲ ਸਾਂਝੀ ਕਰਨੀ ਪਏਗੀ। ਤਦ ਜਾ ਕੇ ਸਾਨੂੰ ਇਹ ਸਾਰੀ ਗੱਲ ਦਾ ਨਿਰਣਾ ਹੋਏਗਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਤਾਂ ਬਹੁਤ ਲੰਬਾ ਵਿਸਤਾਰ ਲਿਖਿਆ ਹੈ। ਜਿਹੜਾ ਆਦਿ ਬੀੜ ਬਾਰੇ ਕਿਤਾਬ ਹੈ ਉਹਨਾਂ ਵਿੱਚ ਤਾਂ ਬਹੁਤ ਲੰਬਾ ਵਿਸਤਾਰ ਉਹਨਾਂ ਨੇ ਲਿਖਿਆ। ਮੈਂ ਉਹ ਵੀ ਆਪ ਜੀ ਨਾਲ ਥੋੜਾ ਬਹੁਤਾ ਜ਼ਿਕਰ ਜ਼ਰੂਰ ਕਰਾਂਗਾ। ਇੱਕ ਇਤਿਹਾਸ ਵਿੱਚ ਇੱਕ ਗੱਲ ਹੋਰ ਵੀ ਆਉਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਾਂ ਲਿਖੀ ਗਈ ਵੀ ਕਿ ਮਿਹਰਬਾਨ ਜਾਂ ਹੋਰ ਮੀਣਿਆਂ ਦੀ ਉਸ ਵੇਲੇ ਕਵਿਤਾ ਜਿਹੜੀ ਸੀ ਚੱਲ ਪਈ ਸੀ। ਤਾਂ ਮੈਂ ਉਹਦੀ ਗੱਲ ਕਰਕੇ ਫਿਰ ਕਿ ਆਪ ਜੀ ਨਾਲ ਹੋਰ ਦੂਜਾ ਪੱਖ ਲੈਂਦਾ ਹਾਂ। ਤਾਂ ਗੁਰਬਾਣੀ ਨੂੰ ਸਾਂਭਣ ਦੀ ਕਹਿੰਦੇ ਨੇ ਲੋੜ ਤਾਂ ਪਈ ਕਿ ਗੁਰੂਆਂ ਦੀ ਬਾਣੀ ਨੂੰ ਮੀਣਿਆਂ ਦੀ ਕੱਚੀ ਬਾਣੀ ਤੋਂ ਨਰੋਲ ਤੇ ਖਾਲਸ ਰੱਖਿਆ ਜਾਵੇ। ਇੱਕ ਇਹ ਦਲੀਲ ਦਿੱਤੀ ਜਾਂਦੀ ਹੈ। ਮਿਹਰਬਾਨ ਤੇ ਉਹਦਾ ਪੁੱਤਰ ਹਰਜੀ ਗੁਰੂ ਨਾਨਕ ਛਾਪ ਥੱਲੇ ਬਹੁਤ ਸਾਰੀ ਕਵਿਤਾ ਦੀ ਰਚਨਾ ਕਰ ਰਹੇ ਸਨ। ਇੱਥੇ ਹੁਣ ਬੋਲ ਮੈਂ ਬਾਣੀ ਨਹੀਂ ਲਿਖਾ, ਉਹ ਬਾਣੀ ਕਹਿੰਦੇ ਸਨ, ਲੇਕਿਨ ਇਹ ਬਾਣੀ ਨਹੀਂ ਹੈ ਜਾਂ ਗੁਰਬਾਣੀ ਨਹੀਂ ਹੈ, ਇਹ ਉਹਨਾਂ ਦੇ ਬੋਲ ਹਨ ਜਿਹਨੂੰ ਉਹਨਾਂ ਦੀ ਬਾਣੀ ਕਿਹਾ ਜਾਂਦਾ ਹੈ। ਰਚਨਾ ਕਰ ਰਹੇ ਸਨ। ਉਹਨਾਂ ਨੇ ਕਈ ਕਵਿਤਾਵਾਂ ਲਿਖੀਆਂ ਜਿਹਨੂੰ ਉਹ ਗੁਰਬਾਣੀ ਕਹਿੰਦੇ ਸਨ, ਲੇਕਿਨ ਗੁਰਬਾਣੀ ਦਾ ਦਰਜਾ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਰਚਨਾ ਨੂੰ ਹੀ ਹੈ। ਹੋਰ ਸਤਿਗੁਰਾਂ ਦੀ ਬਾਣੀ ਦੀ ਸ਼ਬਦਾਵਲੀ ਦੇ ਜਿਹੜੇ ਭਾਵਾਂ ਦੇ ਨਾਲ ਮੇਲ ਖਾਂਦੇ ਜਾਂਦੇ ਦੇ ਜਿਹੜੇ ਜੋੜ ਸੀ ਉਹਨਾਂ ਨੂੰ ਰੱਖ ਕੇ ਇਹਨਾਂ ਨੇ ਕਵਿਤਾਵਾਂ ਜਿਹੜੀਆਂ ਸਨ ਉਹ ਲਿਖਣੀਆਂ ਸ਼ੁਰੂ ਕੀਤੀਆਂ। ਭਾਈ ਕੇਸਰ ਸਿੰਘ ਛਿੱਬਰ ਜੀ ਬੰਸਾਵਲੀ ਨਾਮਾ ਦੇ 10 ਪਾਤਸ਼ਾਹਾਂ ਦੀ ਜੋ ਸੰਮਤ 1826 ਦੇ ਵਿੱਚ ਲਿਖਿਆ ਗਿਆ, ਉਹਨਾਂ ਨੇ ਜੋ ਸੰਨ ਪਾਇਆ ਉਹਦੇ 'ਚ ਇੱਕ ਗੱਲ ਲਿਖਦੇ ਨੇ, ਮਿਹਰਬਾਨ ਪੁੱਤ ਪ੍ਰਿਥੀਏ ਕਾ ਕਬੀਸਰੀ ਕਰੇ, ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ, ਤਿਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ, ਧੂਮ ਲੱਗੇ ਸ਼ਬਦ ਮੀਣਿਆਂ ਦੇ ਗਾਵਨ, ਦੂਜਾ ਦਰਬਾਰ ਵੱਡਾ ਗੁਰਿਆਈ ਲਗੀਸ ਬਨਾਵਨ, ਮੀਣਿਆਂ ਦੀ ਪੁਸਤਕ ਇੱਕ ਗ੍ਰੰਥ ਬਣਾਇਆ, ਚੌਂ ਪਾਤਸ਼ਾਹੀਆਂ ਦਾ ਸ਼ਬਦ ਬਾਣੀ ਲਿਖ ਵਿੱਚ ਪਾਇਆ। ਇੱਥੇ ਸ਼ਬਦ ਕੀਰਤਨ ਕਰਨ ਸਿੱਖ, ਡੂਮਰ ਬਾਬੀ ਆਹੇ ਕੱਢੇ ਹੋਏ ਮੀਣਿਆਂ ਨੇ ਉਹਨਾਂ ਲਈ ਰੱਖ। ਇੱਥੇ ਕਿਸੇ ਸਿੱਖ ਸ਼ਬਦ ਮਿਹਰਬਾਨ ਦਾ ਕੀਰਤਨ ਪੜਿਆ, ਸੋ ਸਰਵਣੀ ਗੁਰੂ ਅਰਜਨ ਜੀ ਉਹਨਾਂ ਜੀ ਦੇ ਭਰਿਆ, ਸੋ ਸਰਵਣੀ ਗੁਰੂ ਅਰਜਨ ਉਹਨਾਂ ਜੀ ਦੀ ਭਰਿਆ। ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਰਲਾ, ਸੋ ਵਿੱਚੋਂ ਰਲਾ ਨਾ ਧਰੀਏ, ਸੋ ਸਾਹਿਬ ਬਾਣੀ ਅੱਗੇ ਹੀ ਉਚਾਰ ਕਰਤ ਸੇ ਭਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਇਹ ਆਪਣੇ ਬੰਸਾਵਲੀਨਾਮਾ ਕੇਸਰ ਸਿੰਘ ਛਿੱਬਰ ਨੇ ਜੋ ਲਿਖਿਆ ਉਹਦੇ ਵਿੱਚ ਭਾਈ ਗੁਰਦਾਸ ਜੀ ਨੂੰ ਕਹਿ ਕੇ ਇਹ ਗੱਲ ਕਹਿੰਦੇ ਨੇ ਵੀ ਜੋ ਮੈਂ ਆਪ ਜੀ ਨੂੰ ਸੁਣਾਈ ਹੈ। ਮਹਿਮਾ ਪ੍ਰਕਾਸ਼ ਦੇ ਵਿੱਚ ਜੋ ਭੱਲਾ ਸਰੂਪਦਾਸ ਹੈ, ਮੈਂ ਭਾਸ਼ਾ ਵਿਭਾਗ ਨੇ ਛਾਪੀ ਕਿਤਾਬ ਹੈ, ਉਹਦਾ ਭਾਗ ਦੂਜਾ, ਉਹਦੇ ਪੇਜ ਨੰਬਰ 62 ਦੇ ਉੱਤੇ ਇੱਕ ਗੱਲ ਲਿਖਦੇ ਨੇ ਜਿਹੜੇ ਮਹਿਮਾ ਪ੍ਰਕਾਸ਼ ਦੇ ਵਿੱਚ ਬਾਬਾ ਸਰੂਪਦਾਸ ਜੀ ਭੱਲਾ, ਉਹ ਕਹਿੰਦੇ ਨੇ ਕਿ ਗੁਰੂ ਬਾਣੀ ਦਾ ਗ੍ਰੰਥ ਤਿਆਰ ਕਰਨ ਸਮੇਂ ਸੋਢੀ ਮਿਹਰਬਾਨ ਆਦਿ ਰਚੀ ਹੋਈ ਬਾਣੀ ਨਿਰਣਾ ਕਰਕੇ ਵੱਖ ਕੀਤੀ ਜਾਂਦੀ ਸੀ। ਇਸ ਅਨੁਸਾਰ ਵੀ ਗੁਰੂ ਗ੍ਰੰਥ ਦੀ ਰਚਨਾ ਇੱਕ ਵੱਡਾ ਮਨੋਰਥ ਗੁਰੂ ਬਾਣੀ ਵਿੱਚ ਪਿਆਰ ਰਲਣ ਤੋਂ ਰੁਕਣਾ ਸੀ, ਜੋ ਉਹਨਾਂ ਦੇ ਲਿਖਣ ਮੁਤਾਬਕ, ਸਰੂਪ ਸਿੰਘ ਭੱਲੇ ਦੇ ਮੁਤਾਬਕ, ਜਪ ਆਦਿ ਲਿਖਣ ਗ੍ਰੰਥ ਜਬ ਲੱਗੇ, ਲਿਖੇ ਗੁਰਦਾਸ ਪ੍ਰੇਮ ਰੰਗ ਪਗੇ, ਗੁਰਬਾਣੀ ਪੜ੍ਹ ਪੜ੍ਹ ਗੁਰਮੁਖ ਲਿਖੇ, ਕੀਰਤਕ ਨਿਕਾਲ ਬਾਹਰ ਧਰ ਰਖੇ, दोहरा प्रश्न गुरु जी, इहो त्यार गुरदास को तुम बाणी लिखे पछान, जो जा निकाल बाहर धरी कैसे पायो ज्ञान। ਤੇ ਕਹਿੰਦੇ ਵੀ ਭਾਈ ਗੁਰਦਾਸ ਤੂੰ ਕੱਢ ਕੇ ਵੱਖਰਾ ਰੱਖ, ਤੈਨੂੰ ਕਿੱਦਾਂ ਪਤਾ ਲੱਗ ਗਿਆ ਵੀ, ਤੈਨੂੰ ਕਿੱਦਾਂ ਸਮਝ ਆ ਗਈ ਇਹ ਗੁਰੂ ਦੀ ਬਾਣੀ ਨਹੀਂ। ਤੇ ਭਾਈ ਗੁਰਦਾਸ ਜੀ ਦਾ ਉੱਤਰ ਸੀ, ਕਰ ਜੋੜ ਗੁਰਦਾਸ ਕਰੀ ਅਰਦਾਸ, ਸੋ ਸਤਿਗੁਰ ਗਿਆਨ ਐਸੋ ਮੈਂ ਪਾਸ। ਕਹਿੰਦੇ ਨੇ ਹੱਥ ਜੋੜ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰੂ ਸਾਹਿਬ ਜੀਓ ਮੈਂ ਹੱਥ ਜੋੜ ਕੇ ਖੜਾ, ਇਹ ਗਿਆਨ ਮੇਰੇ ਕੋਲ ਹੈ, ਬਹੁਤ ਪੁਰਖ ਮਿਲ ਬਾਤ ਬਖਾਨੇ, ਨਿਜ ਭਗਤਾ ਬੋਲ ਤ੍ਰਿਆ ਪਹਿਚਾਨੇ। ਵੀ ਭਾਵੇਂ ਕਿੰਨੇ ਵੀ ਬੰਦਿਆਂ ਦੀ ਆਵਾਜ਼ ਹੋਵੇ, ਆਪਣੀ ਪਤੀ ਦੀ ਆਵਾਜ਼ ਜਿਹੜੀ ਹੈ ਉਹ ਪਤਨੀ ਪਛਾਣ ਲੈਂਦੀ ਹੈ। ਜਿਹੜਾ ਨਿਜ ਭਗਤਾ ਬੋਲ ਤ੍ਰਿਆ ਪਹਿਚਾਨੇ, ਤ੍ਰਿਆ ਮਤਲਬ ਤ੍ਰਿਆ ਜਦੋਂ ਲਫ਼ਜ਼ ਬਣਿਆ ਤ੍ਰਿਆ, ਅਵਰ ਕੋ ਬਾਗ ਤਿਸ ਮਨ ਨਹੀਂ ਆਵੇ, ਸੁਨ ਭਗਤਾ ਬੋਲ ਹੀਏ ਮੋਹ ਭਾਵੇ,
ਇਮ ਬੁਝ ਵਿਚਾਰ ਗੁਰਬਚਨ ਪਛਾਨੋ, ਅਵਰ ਵਾਕ ਮਨ ਮੈਂ ਨਹੀਂ ਆਨੋ। ਭਾਵ ਜਦੋਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਗੁਰਬਾਣੀ ਨੂੰ ਕੱਚੀ ਬਾਣੀ ਨਾਲੋਂ ਨਿਖੇੜਨ ਲਈ ਇਹ ਕਸਵੱਟੀ ਕੀ ਵਰਤ ਰਹੇ ਹੋ, ਤਾਂ ਭਾਈ ਸਾਹਿਬ ਨੇ ਉੱਤਰ ਦਿੱਤਾ, ਜਿਵੇਂ ਇਸਤਰੀ ਆਪਣੇ ਪਤੀ ਦਾ ਬੋਲ ਪਛਾਣ ਲੈਂਦੀ ਹੈ, ਤਿਵੇਂ ਮੈਂ ਸਤਿਗੁਰਾਂ ਦੀ ਬਾਣੀ ਨੂੰ ਪਛਾਣ ਲੈਂਦਾ, ਮੈਨੂੰ ਕਿਸੇ ਹੋਰ ਕਸਵੱਟੀ ਦੀ ਲੋੜ ਨਹੀਂ ਹੈ। ਭਾਈ ਸੰਤੋਖ ਸਿੰਘ ਜੀ, ਜਿਹੜਾ ਸੂਰਜ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਲਿਖਿਆ, ਉਹਨਾਂ ਦੀਆਂ ਰਚਨਾਵਾਂ ਤੋਂ ਵੀ ਇਹ ਗੱਲ ਪਤਾ ਲੱਗਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਾਂ ਵਿੱਚ ਗੁਰਬਾਣੀ ਨਿਖੇੜ ਕੇ ਨਿਰੋਲ ਰੱਖਣ ਦਾ ਖਿਆਲ ਜਿਹੜਾ ਸੀ ਉਹ ਕੰਮ ਕਰ ਰਿਹਾ ਸੀ। ਭਾਵ ਉਹਨਾਂ ਦੇ ਵੀ ਰਚਨਾ ਤੋਂ ਇਹ ਗੱਲ ਸਮਝ ਆਉਂਦੀ। ਇਹਨਾਂ ਸਾਰਿਆਂ ਵਿਦਵਾਨਾਂ ਦੇ ਮੈਂ ਸਿਰਫ ਤਾਂ ਗੱਲ ਕਰ ਰਿਹਾ ਵੀ ਇਹ ਸਿਰਫ ਕਹਿੰਦੇ ਨੇ ਵੀ ਸਿਰਫ ਗੁਰਬਾਣੀ ਨੂੰ ਮਿਲਾਵਟ ਹੋਣ ਤੋਂ ਰੋਕਣ ਲਈ ਇਹ ਸਿਰਫ ਗੁਰੂ ਗ੍ਰੰਥ ਰਚਿਆ ਗਿਆ, ਪਰ ਇਹਦੇ ਕਾਰਨ ਹੋਰ ਬਹੁਤ ਨੇ। ਇਸ ਵਾਸਤੇ ਉਹਦਾ ਵਿਚਾਰ ਆਪਾਂ ਨਾਲ ਨਾਲ ਅੱਗੇ ਕਰਦੇ ਜਾਵਾਂਗੇ। ਭਾਈ ਗੁਰਦਾਸ ਜੀ ਦੀ ਪ੍ਰਤੀ ਜਦੋਂ ਪੰਚਮ ਆਗਿਆ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਜੀ ਦੀ ਹੁਕਮ ਕੀ ਹੁੰਦਾ ਹੈ, ਉਹ ਲਿਖਿਆ ਇਸ ਗ੍ਰੰਥ ਵਿੱਚ। ਇਹਦੇ ਪਾਠ ਕੋਈ ਥੋੜਾ ਜਿਹਾ ਔਖਾ ਹੈ। श्री नानक श्री अंगद नामू, श्री अमर अपार श्री रामू, पृथक लिख इनकी बानी, पाठ कर आप लिहो पहचानी। सुन भाई गुरदास उचारी, कहाँ बुद्ध प्रभ इति हमारी। मैं अल्पज्ञ जीव किम जानो, गुर की गिरा अगम गत मानो। रिदा अधा अगाध अबाध गंभीरा, गिरा रूप सोई गुर धीरा। ब्रह्मादिक लग सके न को, मोको कहाँ इरी मत हो। जेकर होवो आप सहाई, लखों तितक जो दे लखाई। सुन प्रसन्न हुए बर को दीना, सो गुर परम कृपाल परवीना। जथा पुत्र हुए घर बाहर, अंतर माता पिता अजाहर। अपर कुटुम से बोले बाती, जान लियो बालक बख्याती। तो ये गल लिखी अपने सूरज प्रकाश के करता ने। इस तो अगे होर लिखता है, कविता लंबी है, मैं ज़्यादा समा आप जी का ना लवां, और काफ़ी उन्हें तकरीबन ये गल कह दें भी भाई गुरदास जी की लैके उन्हें जिहड़ा ग्रंथ लिखा वो 12 नंबर तो लैके 21 नंबर तक सारी वो आपस च गलबात चल रही है, जिहड़ी भाई गुरदास जी ते गुरु अर्जन देव महाराज सच्चे पातशाह ने। अखीर ते जाके ये जाके लिखता है, श्री अर्जन पोथी तब खोली, हेत लिखावन गिरा अमूली। प्रथम सिमर श्री नानक नामू, नमो कीन कर ध्यान भी रामू। ਤੇ ਸੋ ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਜਿਹੜੇ ਵਿਦਵਾਨਾਂ ਨੇ ਗੱਲ ਲਿਖੀ ਹੈ ਵੀ ਗੁਰੂ ਘਰ 'ਚ ਪਈ ਫੁੱਟ ਨੂੰ, ਜਾਂ ਇਹ ਕਹਿ ਲਈਏ ਕਿ ਜਿਨ੍ਹਾਂ ਨੂੰ ਗੁਰਗੱਦੀ ਨਾ ਮਿਲੀ ਉਹ ਬਾਗੀ ਹੋ ਗਏ, ਤੇ ਉਹਨਾਂ ਨੇ ਉਹ ਫੁੱਟ ਆਪਣੀ ਕਵਿਤਾ ਲਿਖਣੀਆਂ ਸ਼ੁਰੂ ਕਰਤੀਆਂ। ਤੇ ਉਹ ਜਿਹੜੇ ਫੁੱਟ ਹੈ ਉਹ ਹੀ ਕਾਰਨ ਹੈ ਗੁਰਬਾਣੀ ਨੂੰ ਇੱਕ ਜਗ੍ਹਾ ਕਰਨ ਦਾ ਜਾਂ ਇਕੱਠਾ ਬੰਨਣ ਦੇ, ਜਲਦ ਬੰਨਣ ਦਾ। ਪਰ ਇਹ ਅਸਲ ਵਿੱਚ ਸਚਾਈ ਨਹੀਂ ਹੈ। ਇਹ ਇਕੱਲੀ ਘਰੋਗੀ ਫੁੱਟ ਜਾਂ ਕੱਚੀ ਬਾਣੀ ਦੀ ਰਚਨਾ ਨੂੰ ਵਿੱਚ ਸ਼ਾਮਲ ਨਾ ਹੋ ਜਾਏ, ਇਹ ਨਹੀਂ ਹੈ। ਇਹ ਹਾਂ ਇੱਕ ਕਾਰਨ ਤਾਂ ਹੋ ਸਕਦਾ ਹੈ, ਇੱਕ ਕਾਰਨ ਤਾਂ ਹੋ ਸਕਦਾ ਹੈ। ਜਾਂ ਇਹ ਵੀ ਕਹਿ ਸਕਦਾ ਕਿ ਇਸ ਕਵਿਤਾ ਰਚਨ ਕਰਕੇ ਗੁਰੂ ਸਾਹਿਬ ਜੀ ਨੇ ਇਸ ਕੰਮ ਨੂੰ ਤੇਜ਼ੀ ਨਾਲ ਜ਼ਰੂਰ ਕਰਨਾ ਸ਼ੁਰੂ ਕੀਤਾ, ਤਦ ਕਿ ਸਾਰੀ ਬਾਣੀ ਇੱਕ ਜਗ੍ਹਾ ਜਲਦ ਵਿੱਚ ਆ ਜਾਏ। ਤੇਜ਼ੀ ਨਾਲ ਜ਼ਰੂਰ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਇੱਕੋ ਇੱਕ ਕਾਰਨ ਨਹੀਂ ਹੈ ਵੀ ਅਸੀਂ ਇਹ ਮੰਨ ਲਈਏ ਵੀ ਇਹੋ ਹੀ ਕਾਰਨ ਹੈ। ਜੋ ਇਹ ਗੱਲ ਕੋਈ ਠੀਕ ਜਿਹੜੀ ਹੈ ਇਹ ਪਰ ਲੱਗਦੀ ਨਹੀਂ ਹੈ, ਜਾਂ ਇਹ ਠੀਕ ਜਿਹੜੀ ਜਾਪਦੀ ਹੈ। ਇਹ ਸਿਰਫ ਵੀ ਇਹ ਕੋਈ ਕਾਰਨ ਹੋਏਗਾ। ਡਾਕਟਰ ਮਹਿੰਦਰ ਕੌਰ ਗਿੱਲ ਨੇ ਕਿਤਾਬ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਕਲਾ। ਡਾਕਟਰ ਮਹਿੰਦਰ ਕੌਰ ਗਿੱਲ ਨੇ ਕਿਤਾਬ ਲਿਖੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਕਲਾ। ਉਹਦੇ ਪੇਜ ਨੰਬਰ 14 ਦੇ ਉੱਤੇ ਉਹਨਾਂ ਇੱਕ ਗੱਲ ਲਿਖੀ ਹੈ ਕਿ ਕੁਝ ਲਿਖਾਰੀਆਂ ਜਿਹਾ ਕਿ ਕਨਿੰਗਮ ਮੈਕਾਲਮ ਲੈਨਨ ਅਨੁਸਾਰ ਲੋਲਿਨ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਸਿੱਖਾਂ ਦੀ ਧਾਰਮਿਕ, ਸਮਾਜਿਕ ਅਤੇ ਸਦਾਚਾਰਕ ਰੋਹ ਰੀਤ ਕਾਇਮ ਕਰਨ ਲਈ ਕੀਤੀ ਗਈ। ਸ਼੍ਰੀ ਗੁਰੂ ਅਰਜਨ ਦੇਵ ਜੀ ਆਦਿ ਗੁਰੂ ਗ੍ਰੰਥ ਵਿੱਚ ਪ੍ਰਗਟਾਏ ਗਏ ਅੰਤਮ ਤੱਤ ਨੂੰ ਸਦੀਵੀ ਤੌਰ ਉੱਤੇ ਸਥਿਰ ਕਰਨਾ ਤੇ ਪ੍ਰਚਾਰਨਾ ਚਾਹੁੰਦੇ ਸਨ। ਗਿਆਨੀ ਗਿਆਨ ਸਿੰਘ ਤੇ ਪ੍ਰੇਮ ਸਿੰਘ ਸੰਤਰੇਨ ਦਾ ਵੀ ਇਹੀ ਵਿਚਾਰ ਹੈ। ਇਸ ਸੰਪਾਦਨਾ ਦਾ ਮੂਲ ਪ੍ਰਯੋਜਨ ਸਿੱਖਾਂ ਦੇ ਅਸੂਲਾਂ ਨੂੰ ਸਦੀਵੀ ਤੌਰ ਉੱਤੇ ਸਥਾਪਿਤ ਕਰਨਾ ਸੀ। ਹਾਂ, ਇਹ ਵਿਚਾਰ ਜਿਹੜੇ ਨੇ ਕੁਝ ਠੀਕ ਲੱਗਦੇ ਹਨ। ਮਹਿੰਦਰ ਕੌਰ ਜਿਹੜੀ ਉਹਨੇ ਕਿਤਾਬ ਲਿਖੀ, ਮਹਿੰਦਰ ਕੌਰ ਗਿੱਲ ਨੇ, ਇਹ ਵਿਚਾਰ ਉਹਦੇ ਕੁਝ ਠੀਕ ਜਾਪਦੇ ਨੇ ਵੀ ਇਹ ਜਿਹੜੇ ਵਿਦਵਾਨਾਂ ਨੇ ਰਾਇਆਂ ਦਿੱਤੀਆਂ ਨੇ, ਮਕਾਲਫ ਨੇ, ਕਨਿੰਗਮ ਨੇ, ਲੋਲਿਨ ਨੇ ਤੇ ਪ੍ਰੇਮ ਸਿੰਘ ਨੇ, ਸੰਤਰੇਨ, ਇਹਨਾਂ ਨੇ ਇਹ ਕਹਿੰਦੇ ਇਹ ਗੱਲ ਠੀਕ ਜਾਪਦੀ ਹੈ ਵੀ ਇਹ ਕੇਵਲ ਇਹ ਨਹੀਂ ਸੀ ਵੀ ਮਿਲਾਵਟ ਤੋਂ ਹੋਣ ਦੇ ਬਚਾਉਣ ਦੇ ਲਈ ਨਹੀਂ ਸੀ,
ਆਪਾਂ ਇਸ ਸੱਚਾਈ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਸੰਸਾਰ ਦਾ ਕੋਈ ਵੀ ਮਤ ਜਿਹੜਾ ਹੋਵੇ ਉਹ ਉਹਦੇ ਲਈ ਇੱਕ ਕੇਂਦਰੀ ਸਥਾਨ ਹੋਣਾ ਜ਼ਰੂਰੀ ਹੁੰਦਾ ਹੈ, ਤੇ ਇੱਕ ਉਹਨਾਂ ਦਾ ਧਰਮ ਗ੍ਰੰਥ ਤਾਂ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਹੈ, ਜੇ ਉਹਨੂੰ ਸੰਸਾਰ ਦੇ ਪੱਧਰ ਤੇ ਉਸ ਮਤ ਨੂੰ ਲੈ ਕੇ ਜਾਣਾ ਹੈ। ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰਚਨਾ ਤਾਂ ਬਣ ਗਈ ਸੀ, ਕੇਂਦਰੀ ਸਥਾਨ ਸਾਡਾ ਸਭ ਬਣ ਗਿਆ ਸੀ ਉਸ ਵੇਲੇ। ਇਹ ਤਾਂ ਗੱਲ ਅਸੀਂ ਮੰਨਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਇਹ ਸਿੱਖਾਂ ਦਾ ਪਹਿਲਾ ਵੱਡਾ ਜਿਹੜਾ ਸਥਾਨ ਬਣਾਇਆ ਗਿਆ, ਉਹ ਕੇਂਦਰ ਬਣਾਇਆ ਗਿਆ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬਣਾਇਆ, ਗੁਰੂ ਅੰਗਦ ਦੇਵ ਜੀ ਨੇ ਇਹ ਖਡੂਰ ਸਾਹਿਬ ਬਣਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨਗਰ ਬਣਾਇਆ, ਤੇ ਗੁਰੂ ਰਾਮਦਾਸ ਨੇ ਫਿਰ ਇਹ ਸ਼ਹਿਰ ਜਿਹੜਾ ਸੀ ਇਹ ਵਸਾਇਆ। ਤੇ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਚੱਕ ਗੁਰੂ ਰਾਮਦਾਸ ਜੀ ਨੂੰ ਅਸੀਂ ਕਹਿੰਦੇ ਸੀ। ਤਾਂ ਇਹਦੇ ਵਿੱਚ ਜਿਹੜਾ ਗੁਰਦੁਆਰੇ ਦੀ ਗੱਲ ਜਾਂ ਧਰਮਸ਼ਾਲਾ ਦੀ ਗੱਲ ਜਾਂ ਧਰਮ ਮੰਦਰ ਦੀ ਗੱਲ ਸੀ, ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕੀਤੀ। ਇਹਦਾ ਕੇਂਦਰੀ ਸਥਾਨ ਜਿਹੜਾ ਸੀ ਇਹ ਬਣ ਗਿਆ। ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਅਹਿਮ ਘਟਨਾ ਹੈ ਕਿ ਏਡਾ ਵੱਡਾ ਕੇਂਦਰੀ ਸਥਾਨ ਜਿਹੜਾ ਬਣਾਉਣਾ, ਔਰ ਜਿਸ ਢੰਗ ਨਾਲ ਬਣਾਇਆ ਗਿਆ। ਪੰਜਵੇਂ ਗੁਰੂ ਸਾਹਿਬ ਜੀ ਨੇ ਬਕਾਇਦਾ ਇੱਕ ਵਿਉਂਤਬੰਦੀ ਕਰਕੇ ਇਹ ਸਥਾਨ ਜਿਹੜਾ ਸੀ ਬਣਿਆ, ਜਿਹੜੀ ਗੁਰੂ ਅਸੀਂ ਇਹ ਕਹਿ ਸਕਦੇ ਹਾਂ। ਇਹ ਵੀ ਇਉਂ ਜਾਪਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਹੁਣ ਵੱਡੀ ਜ਼ਰੂਰਤ ਸੀ, ਕਿਉਂਕਿ ਬਾਕੀ ਕਾਰਜ ਜਿਹੜਾ ਹੋ ਗਿਆ ਸੀ, ਅਸਥਾਨ ਦੀ ਤਿਆਰੀ ਜਿਹੜੀ ਸੀ ਹੋ ਚੁੱਕੀ ਸੀ, ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਇੱਕ ਵੱਡੀ ਲੋੜ ਸੀ। ਤੋ ਅਖੀਰ ਮੈਂ ਇਹੋ ਗੱਲ ਕਹਿ ਕੇ ਅੱਜ ਦੀ ਇਹ ਗੱਲ ਨੂੰ ਇੱਥੇ ਸਮਾਪਤੀ ਵਾਲੇ ਪਾਸੇ ਲੈ ਕੇ ਜਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਸੇ ਇੱਕ ਵਕਤੀ, ਵਿਉਂਤ, ਲੋੜ ਜਾਂ ਕਾਰਜ ਦੇ ਅਧੀਨ ਨਹੀਂ ਹੋਈ। ਫਿਰ ਮੈਂ ਦੁਹਰਾ ਰਿਹਾ ਲਫ਼ਜ਼ ਆਪਣੇ, ਇਹ ਕਿਸੇ ਇੱਕ ਵਕਤੀ, ਵਿਉਂਤ, ਲੋੜ ਜਾਂ ਕਿਸੇ ਖਾਸ ਇੱਕ ਕਾਰਜ ਦੇ ਅਧੀਨ ਨਹੀਂ ਹੋਈ, ਸਗੋਂ ਇਹ ਪਰਉਪਕਾਰ, ਮਨੁੱਖਾਂ ਦੀ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ ਖੇਤਰਾਂ ਵਿੱਚ ਅਗਵਾਈ ਕਰਨ ਲਈ, ਇਹ ਮਾਨਸ ਤੋਂ ਦੇਵਤੇ ਬਣਾਉਣ ਲਈ ਇਹ ਗੁਰੂ ਸਾਹਿਬ ਜੀ ਨੇ ਇਹ ਗ੍ਰੰਥ ਦੀ ਸੰਪਾਦਨਾ ਜਿਹੜੀ ਹੈ ਉਹ ਕੀਤੀ ਹੈ। ਕਿਉਂਕਿ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਤੋ ਇਸ ਤੋਂ ਦੇਖਿਆ ਇਸ ਦਾ ਇਹ ਗੱਲ ਕਹਿ ਸਕਣਾ, ਅਸੀਂ ਇਹ ਗੱਲ ਦੇ ਨਤੀਜੇ ਤੇ ਪਹੁੰਚਦੇ ਹਾਂ ਕਿ ਉਸ ਧੁਰਕੀ ਬਾਣੀ ਨੂੰ ਜਿਹੜੀ ਗੁਰੂ ਪਾਤਸ਼ਾਹ ਜੀ ਨੂੰ ਕਰਤੇ ਦੇ ਘਰ ਤੋਂ ਪ੍ਰਾਪਤ ਹੋਈ, ਕਰਤੇ ਦੇ ਦਰ ਤੋਂ ਮਿਲੀ, ਭਗਤਾਂ ਦੀ ਬਾਣੀ, ਭਗਤਾਂ ਦੇ ਸਰੋਤ, ਤੇ ਜਿਹੜੇ ਸਿੱਖ ਗੁਰੂ ਸਾਹਿਬਾਨ ਦੇ ਸਿੱਖਾਂ ਜਿਨ੍ਹਾਂ ਦੀ ਬਾਣੀ ਦਰਜ ਕੀਤੀ, ਇਹ ਉਸ ਪਰਮ ਆਤਮਾ ਨਾਲ ਲੀਨ ਹੋਣ ਤੋਂ ਬਾਅਦ ਜੋ ਸੁਨੇਹਾ ਮਿਲਿਆ, ਉਹ ਸੰਸਾਰ ਵਿੱਚ ਪੱਕੀ ਤੌਰ ਦੇ ਉੱਤੇ ਰਾਜਨੀਤਿਕ ਖੇਤਰ, ਸਮਾਜਿਕ ਖੇਤਰ, ਧਾਰਮਿਕ ਖੇਤਰ, ਅਧਿਆਤਮਿਕ ਖੇਤਰ ਵਿੱਚ ਮਨੁੱਖ ਨੂੰ ਮਨੁੱਖ ਬਣਾਉਣ ਲਈ ਇਹ ਗ੍ਰੰਥ ਦਾ ਜਿਹੜਾ ਸੀ ਸੰਪਾਦਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ। ਤੇ ਉਹ ਸੰਪਾਦਨਾ ਕਿਵੇਂ ਹੋਈ, ਕਿਸ ਤਰ੍ਹਾਂ ਹੋਈ, ਉਹਦੇ ਸਰੋਤ ਕੀ ਸਨ, ਬਾਣੀ ਕਿਵੇਂ ਆਈ, ਕਿਸ ਤਰ੍ਹਾਂ ਸੀ, ਜਿਲਦਾਂ ਕਿਹੜੀਆਂ ਸਨ, ਕਿਹੜੀਆਂ ਕਿਹੜੀਆਂ ਬੀੜਾਂ ਬਣੀਆਂ, ਕਿਸ ਤਰ੍ਹਾਂ ਉਤਾਰੇ ਹੋਏ, ਇਹ ਇੱਕ ਲੰਬਾ ਵਿਸ਼ਾ ਹੈ। ਅੱਜ ਤਾਂ ਸਿਰਫ ਇਹ ਮੈਂ ਆਪ ਜੀ ਦੇ ਨਾਲ ਇਹਦਾ ਜਿਹੜੀ ਇੰਟਰੋਡਕਸ਼ਨ ਜਾਂ ਬਾਣੀ ਦੀ ਮਹਾਨਤਾ ਦੀ ਗੱਲ ਆਪ ਜੀ ਨਾਲ ਸਾਂਝੀ ਕੀਤੀ ਹੈ। ਤੋਂ ਅੱਜ ਦੀ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਦਿਆਂ ਹੋਇਆਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ ਜੀ। ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।